ਤਾਂ ਚੰਦ ਘੜੀਆਂ ਫੁਰਸਤ ਦੀਆਂ ਆਪਣੀ ਇਸ ਖਾਸ ਪੇਸ਼ਕਸ਼ 'ਚ ਸਭ ਤੋਂ ਪਹਿਲਾਂ ਗੱਲ ਅਸੀਂ ਕਰਾਂਗੇ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ। ਜੀ ਹਾਂ, ਹਰਸਿਮਰਤ ਕੌਰ ਬਾਦਲ ਜਿਨ੍ਹਾਂ ਵੱਲੋਂ ਬੜੇ ਜ਼ੋਰ ਸ਼ੋਰ ਦੇ ਨਾਲ ਚੋਣ ਪ੍ਰਚਾਰ ਕੀਤਾ ਗਿਆ ਤੇ ਬਠਿੰਡਾ 'ਚ ਗਹਿ-ਗਚ ਮੁਕਾਬਲਾ ਵਿਖਾਈ ਦਿੰਦਾ ਹੈ। ਕਿਵੇਂ ਬਤਾ ਰਹੇ ਨੇ ਉਹ ਆਪਣਾ ਸਮਾਂ, ਆਓ ਤੁਹਾਨੂੰ ਵਿਖਾਉਂਦੇ ਹਾਂ। ਲੋਕ ਸਭਾ ਚੋਣਾਂ ਲੜੇ ਉਮੀਦਵਾਰਾਂ ਦੀ ਕਿਸਮਤ EVM ਦੇ ਵਿੱਚ ਕੈਦ ਹੋ ਚੁੱਕੀ ਹੈ ਤੇ ਉਮੀਦਵਾਰ ਜਿਹੜੇ ਫੁਰਸਤ ਦੇ ਪਲ ਦੇ ਵਿੱਚ ਨੇ। ਸਾਡੇ ਨਾਲ ਮੌਜੂਦ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਜਿਹੜੇ ਲੋਕ ਸਭਾ ਚੋਣਾਂ ਬਠਿੰਡਾ ਤੋਂ ਲੜੇ ਨੇ। ਉਹਨਾਂ ਤੋਂ ਹੀ ਜਾਣਦੇ ਹੈਗੇ ਕਿਸ ਤਰ੍ਹਾਂ ਦੇ ਹੁਣ ਇਹ ਪਲ ਨੇ ਤੇ 23 ਮਈ ਤੱਕ ਕਿਸ ਤਰ੍ਹਾਂ ਦੇ ਰਹਿਣਗੇ। ਬੀਬਾ ਜੀ, ਇੱਕ ਹੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਤੁਹਾਡੇ ਚਿਹਰੇ ਤੇ ਮੁਸਕਾਨ ਹੈਗੀ ਹੈ, ਇਸ ਦਾ ਰਾਜ ਕੀ ਹੈ? ਕਈ ਦਿਨਾਂ ਬਾਅਦ ਨੀਂਦ ਪੂਰੀ ਹੋਈ ਹੈ, ਸ਼ਾਇਦ ਇਸ ਕਰਕੇ ਗਲੇ ਨੂੰ ਰੈਸਟ ਮਿਲਿਆ ਹੈ ਤੇ ਉਮੀਦ ਕਰਦੀ ਹਾਂ ਕਿ ਚਾਰੋਂ ਤਰਫੋਂ ਜਿਵੇਂ ਖਬਰਾਂ ਆ ਰਹੀਆਂ ਨੇ ਬਹੁਤ ਵਧੀਆ ਆ ਰਹੀਆਂ ਨੇ। ਦੇਸ਼ ਵਿੱਚ ਵੀ ਆਪਣੀ ਸਰਕਾਰ ਬਣ ਰਹੀ ਹੈ ਤੇ ਪੰਜਾਬ 'ਚ ਵੀ ਬਹੁਤ ਵਧੀਆ ਸਾਡੀ ਪਾਰਟੀ ਦੀ ਪਰਫਾਰਮੈਂਸ ਰਹੂਗੀ। ਸੋ ਪਰਮਾਤਮਾ ਸੁਖ ਰੱਖੇ, ਅਰਦਾਸਾਂ ਬੇਨਤੀਆਂ ਗੁਰੂ ਦੇ ਚਰਨਾਂ 'ਚ ਚੱਲ ਰਹੀਆਂ ਨੇ। ਬੀਬਾ ਜੀ, ਜਿਸ ਤਰ੍ਹਾਂ ਐਗਜ਼ਿਟ ਪੋਲ ਜਿਹੜੇ ਆ ਰਹੇ ਨੇ ਵੱਖ-ਵੱਖ ਏਜੰਸੀਆਂ ਵੱਲੋਂ, ਵੱਖ-ਵੱਖ ਚੈਨਲਾਂ ਵੱਲੋਂ, ਤੇ NDA ਦੀ ਪੂਰਨ ਤੌਰ ਤੇ ਬਹੁਮਤ ਮਿਲ ਰਿਹਾ ਹੈਗਾ, ਤੁਸੀਂ ਕੀ ਸਮਝਦੇ ਹੋ ਵੀ ਇਹ ਦੇਸ਼ ਦੀ ਜਨਤਾ ਨੇ ਕੀ ਸੋਚਿਆ ਹੈਗਾ? ਕਿਸ ਤਰ੍ਹਾਂ ਐਗਜ਼ਿਟ ਪੋਲ ਵੀ ਸਾਰੇ ਦਿਖਾ ਰਹੇ ਨੇ? ਬਿਲਕੁਲ, ਇਹ ਮੈਂ ਸਮਝਦੀ ਹਾਂ ਕਿ NDA ਦੇ ਕੀਤੇ ਹੋਏ ਕੰਮਾਂ ਦੇ ਆਧਾਰ 'ਚ ਕਿ ਇੱਕ ਮਜ਼ਬੂਤ ਸਰਕਾਰ ਬਣੀ, ਇੱਕ ਮਜ਼ਬੂਤ ਪ੍ਰਧਾਨ ਮੰਤਰੀ ਬਣੇ ਤੇ ਉਹਨਾਂ ਨੇ ਬਹੁਤ ਵਧੀਆ ਡਿਸਾਈਸਿਵ ਫੈਸਲੇ ਦੇਸ਼ ਦੇ ਫਾਇਦੇ ਵਾਸਤੇ ਲਿੱਤੇ। ਚਲੋ ਕਈ ਫੈਸਲੇ ਇਹੋ ਜਿਹੇ ਸੀਗੇ ਜਿਹਦੇ ਥੋੜ੍ਹਾ ਜਿਹਾ ਸੈਟਬੈਕ ਲੋਕਾਂ ਨੂੰ ਲੱਗਿਆ, ਕਿਉਂਕਿ ਸਿਸਟਮ ਨੂੰ ਜਦ ਵਿਗੜੇ ਹੋਏ ਟਰੈਕ ਤੋਂ ਸਹੀ ਟਰੈਕ 'ਚ ਲਾਣਾ, ਧੱਕਾ ਗੇਅਰ ਬਦਲਦੇ ਹੋ ਤਾਂ ਵੀ ਲੱਗਦਾ ਹੈਗਾ। ਲੇਕਿਨ ਇਸ ਗੱਲ ਨੂੰ ਲੋਕੀ ਸਮਝ ਪਾਏ ਕਿ ਇਹ ਦੇਸ਼ ਦੇ ਫਾਇਦੇ ਵਾਸਤੇ ਜਿਹੜਾ ਕੁਝ ਕੀਤਾ ਗਿਆ ਹੈ, ਉਹ ਜਿਵੇਂ ਕਾਂਗਰਸ ਦੇ ਸਮੇਂ 'ਚ ਹਰ ਚੀਜ਼ ਭ੍ਰਿਸ਼ਟਾਚਾਰ ਕਰਕੇ ਕੀਤਾ ਜਾਂਦਾ ਸੀ, ਉਸ ਕਰਕੇ ਨਹੀਂ। ਸੋ ਲੋਕੀ ਵੀ ਆਪ ਦੇ ਦੇਸ਼ ਦੇ ਫਾਇਦੇ ਵਾਸਤੇ ਤੇ ਨਾਲੇ ਜਿਵੇਂ ਮਜ਼ਬੂਤ ਸਰਕਾਰ ਨੇ ਮੂੰਹ ਤੋੜ ਜਵਾਬ ਦੁਸ਼ਮਣਾਂ ਨੂੰ ਦਿੱਤਾ, ਇਹਦਾ ਵੀ ਬਹੁਤ ਵਧੀਆ ਫਾਇਦਾ ਹੋਇਆ। ਤੇ ਘੱਟ ਤੋਂ ਘੱਟ ਇੱਕ ਇਹੋ ਜਿਹੀ ਪਾਰਟੀ ਜਿਹਦੀ ਲੀਡਰਸ਼ਿਪ ਕਲੀਅਰ ਸੀ। ਦੂਜੇ ਪਾਸੇ ਜਿਹੜਾ ਮਹਾ ਠਗਬੰਧਨ ਇਕੱਠਾ ਹੋਇਆ ਸੀਗਾ, ਜਿਨ੍ਹਾਂ ਨੇ ਕੋਈ ਬੰਦਾ ਇਹੋ ਜਿਹਾ ਚਿਹਰਾ ਨਹੀਂ ਜਿਹਨੂੰ ਲੋਕਾਂ ਨੂੰ ਪਤਾ ਸੀ ਕਿ ਅਗਵਾਈ ਆ ਕਰੂਗਾ, ਤੇ ਸਭ ਇਸ ਗੱਲ ਨੂੰ ਸਮਝ ਗਏ ਕਿ ਜੇ ਵੋਟ ਇਹਨਾਂ ਨੂੰ ਪਾ ਕੇ ਠਗਬੰਧਨ ਜਿਹੜਾ ਇਕੱਠਾ ਹੋਗਾ, ਇਹ ਤਾਂ ਵੋਟਾਂ ਤੋਂ ਬਾਅਦ ਪਹਿਲੇ ਤਾਂ ਇਹਨਾਂ ਸਾਰਿਆਂ ਦੇ ਖਿੱਚਾ ਤਾਂ ਨਹੀਂ ਚੱਲੂਗੀ ਕੁਰਸੀ ਵਾਸਤੇ। ਤੇ ਜਦ ਕੁਰਸੀ ਵਾਸਤੇ 5 ਸਾਲ ਖਿੱਚਾ ਤਾਂ ਨਹੀਂ ਚੱਲਦੀ ਰਹੇ, ਹੁਣ ਇਹਨੂੰ ਬਿਠਾ ਦਿਓ, ਇਹਨੂੰ ਲਾ ਲਓ, ਤਾਂ ਦੇਸ਼ ਬਾਰੇ ਕਿਨੇ ਸੋਚਣਾ ਹੈਗਾ। ਤੇ ਜਿੱਥੇ ਤਾਈਂ ਪੰਜਾਬ ਦੀ ਗੱਲ ਸੀ, ਪੰਜਾਬ ਦੇ ਲੋਕਾਂ ਨੇ 10 ਸਾਲ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਦੇਖੀ ਤੇ ਹੁਣ 2.5 ਸਾਲ ਕੈਪਟਨ ਸਾਹਿਬ ਦੀ ਦੇਖ ਰਹੇ ਨੇ, ਜਿਨ੍ਹਾਂ 2.5 ਸਾਲ 'ਚ ਹਰੇਕ ਤਰ੍ਹਾਂ ਦਾ ਵਿਕਾਸ ਰੁਕ ਗਿਆ। ਸਾਰੇ ਵਾਅਦਿਆਂ ਤੋਂ ਮੁੱਕਰ ਕੇ ਪਿੱਛੇ ਹਟ ਕੇ ਇਕੱਲੇ ਇੱਕ ਮੁੱਦੇ ਨੂੰ, ਧਾਰਮਿਕ ਮੁੱਦੇ ਨੂੰ ਚੱਕ ਕੇ ਉਹਦਾ ਹੱਲ ਲੱਭਣ ਦੇ ਬਜਾਏ ਉਹਦਾ ਸਿਆਸੀਕਰਨ ਕਰਕੇ ਆਪ ਦੇ ਕੰਮ ਕਾਜਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦਾ ਜਿਹੜਾ ਕੰਮ ਕਰ ਰਹੇ ਨੇ, ਤਾਂ ਹਰੇਕ ਵਰਗ ਇਸ ਤੋਂ ਦੁਖੀ ਸੀਗਾ। ਬਾਦਲ ਸਾਹਿਬ ਦੀ ਦਿੱਤੀ ਹੋਈ ਸਹੂਲਤਾਂ ਖੋਹ ਲਿੱਤੀਆਂ, ਵਿਕਾਸ ਦੇ ਕੰਮ ਬੰਦ ਹੋ ਗਏ, ਇਕੱਲੇ ਇੱਕ ਚੀਜ਼ 'ਚ ਸੂਈ ਅਟਕਾ ਕੇ ਕਦੇ ਇੱਕ, ਤੇ ਨਾਲੇ 2.5 ਸਾਲ ਨਿਕਲ ਗਏ ਨੇ। ਲੋਕੀ ਵੀ ਸੋਚਦੇ ਨੇ ਕਿ ਹੁਣ ਜੇ ਤੁਹਾਡੇ ਕੁਛ ਹੈ ਤਾਂ ਉਹਦਾ ਕੋਈ ਐਕਸ਼ਨ ਤੁਸੀਂ ਲਓ। ਸੋ ਹੁਣ ਤਾਂ ਉਹਨਾਂ ਦੇ ਖੁਦ ਦੇ ਲੋਕੀ ਮੰਤਰੀ ਆਪਣੇ ਸਰਕਾਰ ਦੇ ਖਿਲਾਫ ਬੋਲਣ ਲੱਗ ਗਏ ਨੇ, ਕਾਂਗਰਸ ਪਾਰਟੀ ਬੋਲਣ ਲੱਗ ਗਈ ਹੈ। ਨਸ਼ੇ ਇੰਨੇ ਵੱਧ ਗਏ ਜਿਹੜਾ ਇਨਸਾਨ ਝੂਠੀ ਸੌਂਹਾਂ ਖਾ ਸਕਦਾ ਹੈ। ਸੋ ਹਰ ਪੱਖੋਂ ਲੋਕਾਂ ਨੇ ਇਸ ਕਾਂਗਰਸ ਪਾਰਟੀ ਨੂੰ ਨਕਾਰਤਾ ਤੇ ਮੈਂ ਤਾਂ ਹੈਰਾਨ ਹਾਂ ਕਿ ਕਾਂਗਰਸ ਦੇ ਹੁੰਦੇ ਹੋਏ ਜਿਸ ਤਰ੍ਹਾਂ ਦਾ ਇਹਨਾਂ ਨੇ ਮਿਸਯੂਜ਼ ਕੀਤਾ ਪ੍ਰਸ਼ਾਸਨ ਦਾ, ਜ਼ੋਰ ਜ਼ਬਰ, ਗੁੰਡਾਗਰਦੀ, ਭੜਕਾਊ ਭਾਸ਼ਣ, ਅਮਨ ਸ਼ਾਂਤੀ ਨੂੰ ਹਰੇਕ ਚੀਜ਼ ਦਾ ਇਸਤੇਮਾਲ ਕੀਤਾ। ਤੇ ਹੁਣ ਵੋਟਾਂ ਮੁੱਕ ਗਈਆਂ, ਅੱਜ ਵੀ ਸਾਡੇ ਵਰਕਰਾਂ ਦੇ ਉੱਤੇ ਪਰਚੇ ਦਰਜ ਕਰਕੇ ਜਿਹੜਾ ਬੰਦਾ ਭਾਵੇਂ ਉੱਥੇ ਸੀ ਨੇ ਉਹਨੂੰ SC ਐਕਟ ਪਾ ਕੇ ਹੁਣ ਤਾਈਂ ਪ੍ਰਸ਼ਾਸਨ ਦਾ ਮਿਸਯੂਜ਼ ਚੱਲ ਰਿਹਾ। ਸੋ ਇਹ ਲੋਕੀ ਇਹਨਾਂ ਚੀਜ਼ਾਂ ਨੂੰ ਦੇਖ ਰਹੇ ਨੇ, ਸਮਝ ਰਹੇ ਨੇ, ਲੇਕਿਨ ਕਾਂਗਰਸ ਨੂੰ ਸਮਝਣ ਦੀ ਲੋੜ ਹੈਗੀ ਕਿ ਜ਼ੋਰ ਤੇ ਜ਼ਬਰ ਦੀ ਰਾਜਨੀਤੀ ਨਹੀਂ ਚੱਲਦੀ। ਇਹ ਪੰਜਾਬ ਹੈਗਾ, ਇੱਥੇ ਦੇ ਲੋਕੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤਾਂ ਉਹ ਵੀ ਸ਼ਹੀਦਾਂ ਦੀਆਂ ਪਾਰਟੀਆਂ ਹੈਗੀਆਂ ਤੇ ਕੁਰਬਾਨੀਆਂ ਸਾਡੇ ਇੱਥੇ ਦੇ ਲੋਕਾਂ ਦੇ ਰਗ ਰਗ 'ਚ ਬਹਿੰਦਾ ਹੈਗਾ। ਤਾਂ ਤੁਸੀਂ ਜ਼ੋਰ ਜ਼ਬਰ ਕਿੰਨਾ ਕਰ ਲੋਗੇ? ਹੁਣ 23 ਤਰੀਕ ਨੂੰ ਤਾਂ ਮੇਰਾ ਖਿਆਲ ਭਾਵੇਂ ਸਰਕਾਰ ਇਹਨਾਂ ਦੀ 2-4 ਮਹੀਨੇ ਰਹਿ ਜਾਏ, ਲੇਕਿਨ ਤਾਕਤ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਵਿੱਚ ਹੋਗੀ। ਉਹਨਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ, ਇਹਨਾਂ ਦੇ ਖੁਦ ਦੇ ਲੀਡਰਸ਼ਿਪ ਇੰਨੀ ਵਰਟੀਕਲ ਸਪਲਿਟ ਆ ਗਈ ਹੈ, ਉਹ ਤਾਂ ਕੁਛ ਹੀ ਦਿਨਾਂ ਦੀ ਗੱਲ ਹੈ ਕਿ ਪਾਰਟੀ ਟੁੱਟੂਗੀ। ਬੀਬਾ ਜੀ, ਇਹ ਜਿਸ ਤਰ੍ਹਾਂ ਦੇਸ਼ ਨੂੰ ਚਲਾਉਣ ਵਾਸਤੇ ਐਕਸਪੀਰੀਅੰਸ ਵੀ ਹੋਣਾ ਚਾਹੀਦਾ। ਸਾਡੀ ਪ੍ਰਕਾਸ਼ ਸਿੰਘ ਬਾਦਲ ਜੀ ਨਾਲ ਵੀ ਗੱਲ ਹੋਈ ਸੀ ਤਾਂ ਮੋਦੀ ਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ ਤੇ ਜਿਹੜੇ ਰਾਹੁਲ ਗਾਂਧੀ ਦੀ ਚਰਚਾ ਕਰ ਰਹੇ ਨੇ ਪ੍ਰਧਾਨ ਮੰਤਰੀ, ਉਹਨਾਂ ਨੂੰ ਕੋਈ ਐਕਸਪੀਰੀਅੰਸ ਨਹੀਂ ਹੈਗਾ। ਇਹ ਗੱਲਾਂ ਸਾਹਮਣੇ ਆ ਰਹੀਆਂ, ਤੁਸੀਂ ਕੀ ਸਮਝਦੇ ਹੈਗੇ?
ਦੇਖੋ ਤੁਸੀਂ ਆਪ ਦੇ ਗੱਡੀ ਵਾਸਤੇ ਡਰਾਈਵਰ ਵੀ ਜੇ ਲੱਭਦੇ ਹੋ ਤਾਂ ਉਹਦਾ ਐਕਸਪੀਰੀਅੰਸ ਦੇਖਦੇ ਹੋ। ਤੁਸੀਂ ਆਪ ਦੇ ਬੱਚੇ ਵਾਸਤੇ ਟਿਊਟਰ ਵੀ ਲੱਭਦੇ ਹੋ ਤਾਂ ਤੁਸੀਂ ਪੁੱਛਦੇ ਹੋ ਵੀ ਜਿੱਥੇ ਪੜਾਉਂਦਾ ਉਹਨਾਂ ਬੱਚਿਆਂ ਨੂੰ ਕੀ ਨੰਬਰ ਆਉਂਦੇ ਨੇ। ਹਰ ਚੀਜ਼, ਭਾਵੇਂ ਮੁਲਾਜ਼ਮ ਰੱਖਦੇ ਹੋ, ਭਾਵੇਂ ਕਿਸੇ ਜਹਾਜ਼ 'ਚ ਪਾਇਲਟ ਰੱਖਦੇ ਹੋ, ਤੁਸੀਂ ਹਰੇਕ ਦਾ ਐਕਸਪੀਰੀਅੰਸ ਦੇਖਦੇ ਹੋ। ਤੇ ਜਦ ਹੁਣ ਇੰਨੀ ਵੱਡੀ ਚੀਜ਼ ਤੁਸੀਂ ਦੇਸ਼ ਦੀ ਅਗਵਾਈ, 125 ਕਰੋੜ ਲੋਕਾਂ ਦੀ ਅਗਵਾਈ ਕਿਸੇ ਦੇ ਹੱਥ 'ਚ ਦੇਣਾ, ਬਿਲਕੁਲ ਐਕਸਪੀਰੀਅੰਸ ਦੇਖਾ ਜਾਂਦਾ ਹੈ। ਤੇ ਜਿਹੜੇ ਬੰਦੇ ਨੇ 10 ਸਾਲ ਸਰਕਾਰ ਲਈ ਉਹਦੇ ਵਿੱਚ ਕੁਝ ਨਹੀਂ ਕਰ ਸਕਿਆ, ਪ੍ਰਧਾਨ ਬਣਨ ਤੋਂ ਬਾਅਦ ਇਹਦੀ ਪਰਫਾਰਮੈਂਸ ਇੰਨੀ ਜ਼ੀਰੋ ਰਹੀ ਹੈ, ਤੇ ਇਹਦੇ ਹਵਾਲੇ ਦੇਸ਼ ਕੌਣ ਕਰਨਾ ਚਾਹੁੰਦਾ ਹੈ। ਬਲਕਿ ਆਪਣੇ ਸਭਾ 'ਚ ਜਦ ਮੈਂ ਪੁੱਛਦੀ ਵੀ ਸੀ ਕਿ ਤੁਹਾਡੇ ਵਿੱਚੋਂ ਕੋਈ ਹੈਗਾ ਜਿਹੜਾ ਰਾਹੁਲ ਗਾਂਧੀ ਨੂੰ, ਉਹ ਲੋਕੀ ਹੱਸਣ ਲੱਗ ਜਾਂਦੇ ਸੀਗੇ, ਮਤਲਬ ਉਹ ਤਾਂ ਮੱਥਾ ਮਾਰਦੇ ਨੇ। ਸੋ ਮੇਰਾ ਖਿਆਲ ਹੁਣ ਕਾਂਗਰਸ 'ਚ ਵੀ ਬਹੁਤ ਵੱਡਾ ਬਦਲਾਅ ਆਊਗਾ, ਕਿਉਂਕਿ ਕਾਂਗਰਸੀ ਵੀ ਸਮਝ ਗਏ ਨੇ ਕਿ ਜਦੋਂ ਤਾਈਂ ਇਹ ਗਾਂਧੀ ਪਰਿਵਾਰ ਸਾਹਮਣੇ ਹੈਗਾ ਸਾਡਾ ਫਿਊਚਰ ਨਹੀਂ ਹੈਗਾ, ਤੇ ਫਿਊਚਰ ਕਾਂਗਰਸ ਦਾ ਖਤਮ ਰਾਹੁਲ ਗਾਂਧੀ ਖੁਦ ਹੀ ਕਰੀ ਜਾ ਰਿਹਾ ਹੈਗਾ। ਸੋ ਜਾਂ ਤਾਂ ਇਹ ਪਾਰਟੀ ਛੱਡਣਗੇ ਜਾਂ ਇਹ ਪਾਰਟੀ ਟੁੱਟੂਗੀ, ਕਿਉਂਕਿ ਰਾਹੁਲ ਗਾਂਧੀ ਦੇ ਥੱਲੇ ਨਾ ਦੇਸ਼ ਵਾਸੀ ਇਹਨੂੰ ਮਨਜ਼ੂਰ ਕਰਦੇ ਨੇ ਤੇ ਨਾ ਹੀ ਕਾਂਗਰਸ ਪਾਰਟੀ। ਇਹ ਤਾਂ ਜਿਹੜੇ ਪੁਰਾਣੇ ਜਿਹੜਾ ਰਹਿ ਗਏ ਨੇ, ਜਿਨ੍ਹਾਂ ਦਾ ਕੁਝ ਰਹਿੰਦਾ ਨਹੀਂ ਹੈਗਾ, ਉਹੀ ਇਹਨਾਂ ਨੂੰ ਉੱਪਰ ਰੱਖ ਰਹੇ ਨੇ ਆਪਣੇ ਬਚਾਅ ਵਾਸਤੇ। ਲੇਕਿਨ ਜਿਹੜਾ ਮਿਹਨਤੀ ਕਾਂਗਰਸੀ ਹੈਗਾ, ਜਿਹੜਾ ਯੂਥ ਹੈਗਾ, ਉਹ ਇਸ ਗੱਲ ਨੂੰ ਸਮਝ ਚੁੱਕਿਆ ਕਿ ਇਹਨਾਂ ਦੇ ਰਹਿੰਦੇ ਹੋਏ ਸਾਡਾ ਕੁਝ ਬਣਨਾ ਨਹੀਂ, ਤੇ ਇਹਨਾਂ ਦੇ ਰਹਿੰਦੇ ਹੋਏ ਕਾਂਗਰਸ ਦਾ ਭੱਠਾ ਪੈ ਜਾਣਾ। ਜੀ ਇਹ ਜਿਸ ਤਰ੍ਹਾਂ ਇਹ ਗਠਬੰਧਨ, ਮਹਾਗਠਬੰਧਨ ਜਿਹੜਾ ਬਣਾਇਆ ਸੀ, ਉਹ ਬਿਲਕੁਲ ਫੇਲ ਹੋ ਚੁੱਕਿਆ ਹੈਗਾ। ਜਿਸ ਤਰ੍ਹਾਂ ਐਗਜ਼ਿਟ ਪੋਲ ਆ ਰਹੇ ਤਾਂ ਮਹਾਗਠਬੰਧਨ ਦਾ ਤੁਸੀਂ ਕੀ ਸਮਝਦੇ ਹੈਗੇ ਕਿ ਮਹਾਗਠਬੰਧਨ ਤੇ ਬਿਲਕੁਲ ਹੀ ਫੇਲ ਹੁੰਦਾ ਨਜ਼ਰ ਆ ਰਿਹਾ। ਐਨਡੀਏ ਨੂੰ ਬਿਲਕੁਲ ਹੀ ਸਰਕਾਰ ਤੋਂ ਉਹ ਦੇਖਣਾ ਚਾਹੁੰਦੇ ਸੀ ਵੀ ਕਿਸੇ ਵੀ ਹਾਲਾਤ 'ਚ ਜਿਹੜੀ ਐਨਡੀਏ ਸਰਕਾਰ ਨਾ ਬਣੇ, ਤਾਂ ਹੁਣ ਤਾਂ ਇਹ ਐਨਡੀਏ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਦੇਖੋ ਪਹਿਲੀ ਗੱਲ ਤਾਂ ਇਹ ਮਹਾ ਠੱਗ ਬੰਧਨ ਸੀਗਾ, ਗਠਬੰਧਨ ਵੀ ਨਹੀਂ, ਠੱਗ। ਉਹ ਠੱਗ ਇਕੱਠੇ ਹੋਏ ਸੀ ਜਿਨ੍ਹਾਂ ਨੇ ਆਪ ਦੇ ਸੂਬਿਆਂ ਦੇ ਤੇ ਦੇਸ਼ ਦੇ ਖਜ਼ਾਨੇ ਨੂੰ ਲੁੱਟਣ ਤੋਂ ਸਿਵਾ ਕੁਝ ਜ਼ਮੀਨ 'ਚ ਕੋਈ ਕਾਰਵਾਈ ਕੀਤੀ ਨਹੀਂ ਸੀ। ਤੇ ਸਾਰੇ ਇਕੱਠੇ ਹੀ ਇਸ ਕਰਕੇ ਹੋ ਰਹੇ ਸੀ ਕਿਉਂਕਿ ਮੋਦੀ ਨੇ ਇਹਨਾਂ ਨੂੰ ਸਲਾਖ ਕੀਤੇ ਹੋਏ ਕਰਮਾਂ ਕਰਕੇ ਇਹਨਾਂ ਨੂੰ ਸਲਾਖਾਂ 'ਚ ਪਿੱਛੇ ਭੇਜਣਾ ਸੀਗਾ। ਸੋ ਆਪ ਦੀ ਜਾਨ ਬਚਾਉਣ ਵਾਸਤੇ ਇਹਨਾਂ ਉਹੋ ਜਿਹੀ ਪਾਰਟੀਆਂ ਨੂੰ ਇਕੱਠਾ ਹੋਣਾ ਪਿਆ ਜਿਹੜਾ 70 ਸਾਲ ਤੋਂ ਤਾਂ ਇੱਕ ਦੂਜੇ ਦੇ ਖਿਲਾਫ ਲੜਦੇ ਰਹੇ ਨੇ। ਸੋ ਲੋਕੀ ਵੀ ਇਸ ਗੱਲ ਨੂੰ ਸਮਝ ਗਏ ਕਿ ਇਹ ਤਾਂ ਇਕੱਲੇ ਮੌਕਾ ਪ੍ਰਸਤੀ ਲੋਕ ਨੇ ਜਿਹੜੇ ਇਕੱਠੇ ਹੋ ਰਹੇ ਨੇ। ਅੱਜ ਤਾਈਂ ਤਾਂ ਇੱਕ ਦੂਜੇ ਨੂੰ ਗਾਲਾਂ ਕੱਢਦੇ ਸੀਗੇ ਤੇ ਹੁਣ ਇਕੱਠੇ ਆਪਣੀ ਜਾਨ ਬਚਾਉਣ ਵਾਸਤੇ ਹੋ ਰਹੇ ਨੇ। ਇਹ ਜ਼ਿਆਦਾ ਦਿਨ ਇਹਨਾਂ ਦੀ ਚੱਲਣੀ ਨਹੀਂ ਹੈਗੀ। ਸੋ ਲੋਕੀ ਚਾਹੁੰਦੇ ਨੇ ਕਿ ਦੇਸ਼ ਵਿੱਚ ਕੋਈ ਇਹੋ ਜਿਹੀ ਸਰਕਾਰ ਹੋਏ ਜਿਹੜੇ ਚਲੇ ਤੇ ਲੋਕਾਂ ਦੇ ਭਲੇ ਵਾਸਤੇ ਕੰਮ ਕਰੇ, ਨਾ ਕਿ ਆਪਣਾ ਫਾਇਦਾ ਆਪਣਾ ਭਲਾ ਦੇਖੇ ਤੇ ਲੜਾਈ ਝਗੜੇ ਦੇ ਚੱਕਰ 'ਚ ਦੇਸ਼ ਵੀ ਕਮਜ਼ੋਰ ਹੋਏ ਤੇ ਦੇਸ਼ ਵਾਸੀਆਂ ਦਾ ਵੀ ਨੁਕਸਾਨ ਹੋਏ। ਮੈਮ ਇਹ ਲਗਾਤਾਰ ਸਿੱਧੂ ਤੇ ਕੈਪਟਨ ਦੇ ਵਿੱਚ ਵਿਵਾਦ ਜਿਹੜਾ ਵੱਧਦਾ ਜਾ ਰਿਹਾ ਹੈਗਾ, ਦਿੱਲੀ ਦਰਬਾਰ ਤੱਕ ਪਹੁੰਚ ਚੁੱਕਿਆ ਹੈਗਾ, ਤੇ ਉਹ ਕਹਿ ਰਹੇ ਨੇ, ਕੈਪਟਨ ਸਿੰਘ ਖੁਦ ਕਹਿ ਰਹੇ ਨੇ ਵੀ ਇਹ ਸੀਐਮ ਬਣਨਾ ਚਾਹੁੰਦੇ ਨੇ। ਤਾਂ ਤੁਸੀਂ ਕੀ ਸਮਝਦੇ ਇਹਨਾਂ ਦਾ ਵਿਵਾਦ ਹੋਰ ਵਧੇਗਾ ਅੱਗੇ ਕਿ ਨਹੀਂ? ਇਹ ਤਾਂ ਬਿਲਕੁਲ ਸਾਫ਼ ਤੌਰ 'ਤੇ ਸਾਹਮਣੇ ਆ ਗਿਆ ਹੈਗਾ। ਸਿੱਧੂ ਸਾਹਿਬ ਨੂੰ ਇਨਕਰੇਜ ਰਾਹੁਲ ਗਾਂਧੀ ਕਰ ਰਹੇ ਨੇ। ਰਾਹੁਲ ਗਾਂਧੀ ਤਾਂ ਕੈਪਟਨ ਦੀ ਨਹੀਂ ਬਣਦੀ, ਸੋ ਉਹਨੂੰ ਸ਼ਹਿ ਦੇ ਰਿਹਾ ਹੈ। ਉਹ ਰਾਹੁਲ ਗਾਂਧੀ ਦੇ ਸ਼ਹਿ 'ਚ ਸਿੱਧੂ ਕੈਪਟਨ ਸਾਹਿਬ ਦੇ ਸਿਰੇ ਨੱਚੀ ਜਾ ਰਿਹਾ ਹੈਗਾ। ਇਹਨਾਂ ਸਾਰਿਆਂ ਦੇ ਵਿੱਚ ਵਿਚਾਰੋ ਮਨਪ੍ਰੀਤ ਆਪ ਦੀ ਜਿਵੇਂ ਉਹਦੀ ਆਦਤ ਹੈਗੀ, ਆਪ ਦਾ ਦਾਅ ਲਾਈ ਜਾ ਰਿਹਾ ਹੈਗਾ। ਜਦ ਇਹ ਉੱਪਰ ਵਾਲੇ ਲੜ ਰਹੇ ਨੇ, ਉਹ ਥੱਲੋਂ ਦੀਮਕ ਦੀ ਤਰ੍ਹਾਂ ਸਾਰਾ ਥੱਲੇ ਖੋਖਲਾ ਕਰੀ ਜਾ। ਸੋ ਇਹਨਾਂ ਦੇ ਕੁਰਸੀ ਤੇ ਕੈਪਟਨ ਸਾਹਿਬ ਦੇ ਇੰਨੇ ਸਾਰੇ ਦਾਅਵੇਦਾਰ ਹੋ ਗਏ ਨੇ ਕਿ ਉਹ ਦਿਨ ਦੂਰ ਨਹੀਂ ਕਿ ਇਹ ਕੁਰਸੀ ਇੱਕ ਦਿਨ ਜਦ ਡਿੱਗੂਗੀ, ਪੂਰੀ ਕਾਂਗਰਸ ਨੂੰ ਲੈ ਡਿੱਗੂਗੀ, ਤੇ ਉਹਦੇ ਵਿੱਚ ਪੰਜਾਬ ਦੇ ਲੋਕਾਂ ਦਾ ਸਭ ਤੋਂ ਵੱਡਾ ਭਲਾ ਹੋਊਗਾ। ਕਿਉਂਕਿ ਸਤਾਰ ਬਾਦਲ ਵਰਗੇ ਐਕਸਪੀਰੀਅੰਸਡ ਪੋਲੀਟੀਸ਼ੀਅਨ ਤੇ ਸੁਖਬੀਰ ਜੀ ਵਰਗੇ ਮਿਹਨਤੀ ਤੇ ਵਿਜ਼ਨਰੀ ਇਨਸਾਨ ਤੇ ਸਮੂਹ ਅਕਾਲੀ ਦਲ ਦੇ ਉਹ ਸਾਰੀ ਲੀਡਰਸ਼ਿਪ ਜਿਹੜਾ ਹਮੇਸ਼ਾ ਲੋਕਾਂ ਦੇ ਵਿੱਚ ਰਹਿੰਦੀ ਹੈ। ਤੇ ਭਾਵੇਂ ਕੋਈ ਧਰਨੇ 'ਚ ਬੈਠਿਆ ਹੋਏ, ਭਾਵੇਂ ਕੋਈ ਵਰਗ ਦੀ ਕੋਈ ਤਕਲੀਫ ਹੋਏ, ਸਾਡੀ ਉਹ ਸਰਕਾਰ ਜਿਹੜੀ ਉਹ 'ਚ ਰਿਸਪੌਂਡ ਕਰਦੀ ਹੈ। ਇੱਥੇ ਤਾਂ ਲੀਡਰਸ਼ਿਪ ਹੀ ਇੰਨੀ ਫੁੱਟੀ ਹੈ, ਇਹਦਾ ਇਕੱਲਾ ਹੀ ਕਿ ਕੁਰਸੀ ਨਾਲ ਚਿਪਕੇ ਰਹੀ ਹੈ ਤਾਂ ਲੁੱਟ ਕੇ ਜਿਹੜੇ ਹਰ ਮੰਤਰੀ ਸਿਰਫ ਲੁੱਟਣ 'ਚ ਲੱਗਿਆ ਹੋਇਆ ਹੈ। ਹਰੇਕ ਕਾਂਗਰਸੀ ਆਗੂ ਸਿਰਫ ਲੁੱਟਣ 'ਚ ਲੱਗਾ, ਨਾ ਲੋਕਾਂ ਦੀ ਸੁਣਵਾਈ ਹੈਗੀ, ਨਾ ਕੋਈ ਪ੍ਰਸ਼ਾਸਨ ਚੱਲ ਰਿਹਾ ਹੈ। ਅਫਸਰ ਚਲਾ ਰਹੇ ਨੇ, ਅਫਸਰਾਂ ਨੂੰ ਕੀ ਪਰਵਾਹ, ਉਹਨਾਂ ਨੂੰ ਵੀ ਪਤਾ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ। ਸੋ ਅਫਸਰਸ਼ਾਹੀ ਚਲਾ ਰਹੇ ਨੇ, ਇੱਕ ਪਾਸੇ ਅਫਸਰਸ਼ਾਹੀ ਲੁੱਟ ਰਹੀ ਹੈ, ਦੂਜੇ ਪਾਸੇ ਕਾਂਗਰਸ ਖਾਈ ਜਾ ਰਹੇ ਨੇ, ਤੇ ਲੋਕਾਂ ਦੀ ਤਾਂ ਕੋਈ ਸੁਣਵਾਈ ਹੈ ਨਹੀਂ। ਸੋ ਲੋਕੀ ਵੀ ਚਾਹੁੰਦੇ ਨੇ ਕਿ ਅਸੀਂ ਝੂਠ ਵਿੱਚ ਆ ਗਏ ਸੀਗੇ, ਹੁਣ ਸਾਨੂੰ ਕੰਮ ਕਰਨ ਵਾਲੀ ਸਰਕਾਰ ਚਾਹੀਦੀ ਹੈ। ਸੋ ਮੇਰਾ ਖਿਆਲ ਲੋਕਾਂ ਦੀ ਸੁਣਵਾਈ ਗੁਰੂ ਸਾਹਿਬ ਕਰਨਗੇ, ਜਿਹਦੇ ਕਰਕੇ ਹੁਣ ਦੇਖੋ ਸਿੱਧੂ ਸਾਹਿਬ ਨੇ, ਰਾਹੁਲ ਗਾਂਧੀ ਨੇ ਸਿੱਧੂ ਨੂੰ ਇਨਕਰੇਜ ਕੀਤਾ, ਸਿੱਧੂ ਨੇ ਕੈਪਟਨ ਨੂੰ ਜਵਾਬ ਦਿੱਤਾ, ਕੈਪਟਨ ਨੇ ਕਿਹਾ ਇਹਦੇ ਖਿਲਾਫ ਐਕਸ਼ਨ ਹੋਗਾ। ਹੁਣ ਕਿੰਨੀ ਦੇਰ ਚੱਲਦੀ ਆ ਸਰਕਾਰ, ਪਰ ਇਹ ਬਿਲਕੁਲ ਕਲੀਅਰ ਹੈ ਕਿ ਇੱਕ ਕਲਾਸਿਕ ਐਗਜ਼ਾਮਪਲ ਹੈਗਾ ਕਿ ਜਦ ਲੀਡਰਸ਼ਿਪ 'ਚ ਹੀ ਇੰਨੀ ਫੁੱਟ, ਜਦ ਇਕੱਲੇ ਇਕੱਠੇ ਸਾਰੇ ਹੋਏ ਸੀ ਕੁਰਸੀ ਦੇ ਲਾਲਚ ਵਾਸਤੇ, ਤੇ ਕੁਰਸੀ ਦੇ ਲਾਲਚ ਦੇ ਚੱਕਰ ਵਿੱਚ ਅੱਜ ਵੀ ਜਦ ਆਪਸ 'ਚ ਹੀ ਇੰਨੀ ਧੜੇਬੰਦੀ ਤੇ ਲੜਾਈ ਹੋ ਰਹੀ ਹੈ ਤੇ ਲੋਕ ਖੱਜਲ ਹੋ ਰਹੇ ਨੇ। ਬੀਬਾ ਜੀ,
EVM ਜਿਹੜੀਆਂ 23 ਮਈ ਨੂੰ ਖੋਲ੍ਹਣਗੀਆਂ, ਤੁਸੀਂ ਕੀ ਸਮਝਦੇ ਹੋ? ਤੁਹਾਡੀ ਸਰਕਾਰ ਐਗਜ਼ਿਟ ਪੋਲ 'ਚ ਬਣ ਰਹੀ ਹੈਗੀ, ਤੁਸੀਂ ਵੀ ਇਹ ਜਿੱਤਦੇ ਤੁਸੀਂ ਇਹ ਦਾਅਵਾ ਕਰ ਰਹੇ ਹੈਗੇ, ਤਾਂ ਉਸ ਤੋਂ ਬਾਅਦ ਤੁਹਾਡੀ ਪ੍ਰਾਇਓਰਟੀ ਕੀ ਹੋਏਗੀ ਵੀ ਕਿਸ ਤਰ੍ਹਾਂ ਜਿਹੜਾ ਹੈ ਮੁੱਦੇ ਅੱਗੇ ਵਿਕਾਸ ਬਠਿੰਡਾ ਦਾ ਜਾਂ ਹੋਰ ਲੋਕਾਂ ਦੀ ਆਵਾਜ਼ ਕਿਸ ਤਰ੍ਹਾਂ ਦੇ ਅੱਗੇ ਕਿਸ ਤਰ੍ਹਾਂ ਦੇ ਮੁੱਦੇ ਰਹਿਣਗੇ ਤੁਹਾਡੇ? ਦੇਖੋ, ਮੈਂ ਤਾਂ ਆਹੀ ਚਾਹਾਂਗੀ ਕਿ ਜਦ ਦਿੱਲੀ ਵਿੱਚ ਆਪਣੀ ਸਰਕਾਰ ਬਣ ਰਹੀ ਹੈ, ਪਰਮਾਤਮਾ ਕਿਰਪਾ ਕਰੇ ਇਹ ਸਰਕਾਰ ਦਾ ਪੱਠਾ ਬਿਠਾ ਕੇ ਛੇਤੀ ਆਪਣੀ ਸਰਕਾਰ ਲੈ ਕੇ ਆਏ, ਕਿਉਂਕਿ ਜਿਹੜੇ 2 ਸਾਲ ਬਾਦਲ ਸਾਹਿਬ ਦੇ ਸੀਗੇ, ਏਮਸ ਵਰਗੇ ਵੱਡੇ ਪ੍ਰੋਜੈਕਟ, IIM 4-5 ਏਅਰਪੋਰਟ, ਸੜਕਾਂ ਦਾ ਜਾਲ, 2 ਸਾਲ 'ਚ ਆਪਾਂ ਇੰਨਾ ਕੁਝ ਕਰਾਤਾ। ਜੇ ਕਿਤੇ 5 ਸਾਲ ਦਾ ਸਮਾਂ ਮਿਲਦਾ ਤਾਂ ਉਹ ਪੰਜਾਬ ਪਹਿਚਾਨਿਆ ਹੀ ਨਹੀਂ ਜਾਣਾ ਸੀਗਾ, ਕਿਉਂਕਿ ਬਾਦਲ ਸਾਹਿਬ ਦਾ ਇੰਨਾ ਸਤਿਕਾਰ ਕੋਈ NDA ਦਾ ਮੰਤਰੀ ਨਹੀਂ ਜਿਹੜਾ ਇੱਕ ਕਿਸੇ ਚੀਜ਼ ਵਾਸਤੇ ਨਾ ਕਰ ਸਕਦਾ ਹੈ। ਸੁਖਬੀਰ ਜੀ ਦੀ ਜਿਹੋ ਜਿਹੀ ਵਿਜ਼ਨ ਹੈਗੀ ਹੈ, ਪੰਜਾਬ ਨੂੰ ਕਿੱਥੇ ਲੈ ਜਾਣਾ ਸੀ। ਤੇ ਹਕੀਕਤ ਆ ਹੈ ਕਿ ਕੈਪਟਨ ਸਾਹਿਬ ਨੇ ਇਹਨਾਂ 2.5 ਸਾਲਾਂ 'ਚ ਮੈਨੂੰ ਲੱਗਦਾ 2.5 ਗੇੜਿਆਂ ਤੋਂ ਵੱਧ ਕਦੇ ਲਾਈ ਨਹੀਂ। ਉਹ ਵੀ ਕਟੋਰਾ ਲੈ ਕੇ ਕਿ ਜੀ ਮੈਂ ਲੋਕਾਂ ਨੂੰ ਕਿਹਾ ਕਿ ਕਿਸਾਨ ਕਰਜ਼ਾ ਮੈਂ ਮਾਫ ਕਰ, ਲੇਕਿਨ ਤੁਸੀਂ ਕਰ ਦਿਓ, ਤਾਂ ਕਿ ਉਹ ਵੀ ਡਰਾਮਾ, ਤਾਂ ਕਿ ਲੋਕਾਂ ਨੂੰ ਕਹੇ ਕਿ ਸੈਂਟਰ ਨਹੀਂ ਕਰ ਰਹੀ ਹੈ। ਸੋ ਜਿਵੇਂ ਤੁਸੀਂ ਦੇਖੋ ਏਮਸ ਦਾ ਪ੍ਰੋਜੈਕਟ 2.5 ਸਾਲਾਂ 'ਚ ਇੱਕ ਵਾਰੀ ਨਾ ਕੈਪਟਨ, ਨਾ ਵਿੱਤ ਮੰਤਰੀ ਜਿਹਦੇ ਹਲਕੇ 'ਚ ਬਣ ਰਿਹਾ, ਨਾ ਹੀ ਹੈਲਥ ਮਿਨਿਸਟਰ ਇੱਕ ਵਾਰੀ ਜਾ ਕੇ ਬੋਲੋ ਇੰਨੀ ਵੱਡੀ ਚੀਜ਼ ਬਣੇ, ਦੱਸੋ ਅਸੀਂ ਕੀ ਮਦਦ ਕਰ ਸਕਦੇ ਹਾਂ। ਸੋ ਇਹਨਾਂ ਨੂੰ ਤਾਂ ਪਰਵਾਹੀ ਨਹੀਂ ਹੈਗੀ। ਸੋ ਨੁਕਸਾਨ ਸੂਬੇ ਦਾ ਹੋ ਰਿਹਾ ਹੈ। ਸੋ ਜੇ ਸਾਨੂੰ 5 ਸਾਲ ਪੂਰੇ ਮਿਲ ਜਾਂਦੇ ਨੇ, ਜਿਵੇਂ ਮੈਂ ਕਿਹਾ, ਇਹ ਤਾਂ ਨੁਹਾਰ ਪੰਜਾਬ ਦੀ ਬਦਲ ਜੂਗੀ। ਜਾਂ ਤਾਂ ਪੰਜਾਬ ਵਾਲੇ ਇਕੱਲੇ ਅਰਦਾਸਾਂ ਬੇਨਤੀਆਂ ਗੁਰੂ ਦੇ ਚਰਨਾਂ 'ਚ ਕਰਨ ਕਿ ਸਾਨੂੰ ਇਹ ਮੌਕਾ ਮਿਲੇ ਜਿੱਥੇ ਉੱਪਰ ਤੇ ਥੱਲੇ ਦੋਨੋਂ ਆਪਣੀ ਸਰਕਾਰ ਹੋਏ। ਤੇ ਦਾਅਵੇ ਨਾਲ ਕਹਿ ਸਕਦੀ ਹਾਂ, ਬੇਰੋਜ਼ਗਾਰੀ ਜਿਹੜਾ ਸਭ ਤੋਂ ਵੱਡਾ ਮੁੱਦਾ ਹੈਗਾ ਤੇ ਸਾਡਾ ਵੀ ਸਭ ਤੋਂ ਵੱਡਾ ਨਿਸ਼ਾਨਾ ਕਿ ਸਰਕਾਰੀ ਨੌਕਰੀਆਂ ਤਾਂ ਚਲੋ 3.5 ਲੱਖ ਆਪਾਂ ਕੀਤੀ ਸੀਗੀਆਂ, ਲੇਕਿਨ ਹਰੇਕ ਨੂੰ ਨਹੀਂ ਮਿਲ ਸਕਦੀ। ਲੇਕਿਨ ਰੋਜ਼ਗਾਰ ਦੇ ਬਹੁਤ ਸਾਰੇ ਸਾਧਨ ਪੈਦਾ ਹੋ ਸਕਦੇ ਨੇ। ਹੁਣ ਮੈਂ ਵਿਦੇਸ਼ਾਂ 'ਚ ਜਾ ਕੇ ਜਿਹੜੀ ਕੰਪਨੀਆਂ ਦੇਖਦੀ ਹਾਂ, ਉਹ ਸਾਰੇ ਹਿੰਦੁਸਤਾਨ ਵੱਲ ਦੇਖ ਰਹੇ ਨੇ, ਲੇਕਿਨ ਇਹ ਸਰਕਾਰ ਕੋਈ ਮਦਦ ਕਰਨ ਨੂੰ ਨਹੀਂ ਤਿਆਰ ਹੈ, ਕਿਉਂਕਿ ਦਫ਼ਤਰ ਹੀ ਨਹੀਂ ਮੁੱਖ ਮੰਤਰੀ ਜਾਂਦਾ ਤੇ ਅਫਸਰਾਂ ਨੇ ਕੀ ਜਾਣਾ ਹੈ ਤਾਂ ਮੰਤਰੀਆਂ ਨੇ ਕੀ ਜਾਣਾ ਹੈਗਾ, ਜਿਹਦੇ ਕਰਕੇ ਸਾਡੇ ਨੌਜਵਾਨਾਂ ਦਾ ਨੁਕਸਾਨ ਹੋ ਰਿਹਾ, ਉਹਨਾਂ ਦੇ ਰੋਜ਼ਗਾਰ ਦੇ ਸਾਧਨ ਪੈਦਾ ਨਹੀਂ ਹੋ ਰਹੇ। ਉਹਨੇ ਮਨਪ੍ਰੀਤ ਬਾਦਲ ਕਹਿੰਦਾ ਸੀ 60 ਮਹੀਨਿਆਂ 'ਚ 60 ਇੰਡਸਟਰੀ, ਲੇਕਿਨ ਅੱਧਾ ਸਮਾਂ ਨਿਕਲ ਗਿਆ, 30 ਮਹੀਨੇ ਨਿਕਲ ਗਏ ਤੇ ਅਜੇ ਤਾਈਂ ਇੱਕ ਵੀ ਇੰਡਸਟਰੀ ਨਹੀਂ ਆਈ ਹੈ। ਏਮਸ ਵਰਗੀ ਇੱਕ ਚੀਜ਼ ਆ ਗਈ, ਹਜ਼ਾਰਾਂ ਦੀ ਇੱਥੇ ਨੌਕਰੀਆਂ ਲੱਗਣਗੀਆਂ। ਫੂਡ ਪ੍ਰੋਸੈਸਿੰਗ ਦੇ ਇੱਕ ਛੋਟੀ ਇੰਡਸਟਰੀ ਦੇ ਨਾਲ ਵੀ ਕਈ ਸੌ ਲੋਕਾਂ ਦਾ ਰੋਜ਼ਗਾਰ ਤੇ ਕਈ ਹਜ਼ਾਰ ਕਿਸਾਨਾਂ ਦਾ ਫਾਇਦਾ ਹੁੰਦਾ ਹੈ, ਪਰ ਲੇਕਿਨ ਇਸ ਸਰਕਾਰ ਨੂੰ ਕੋਈ ਪਰਵਾਹ ਨਹੀਂ। ਸੋ ਮੈਂ ਤਾਂ ਆਪ ਕਹਿੰਦੀ ਹਾਂ, ਜੇ ਕਿਤੇ ਬਾਦਲ ਸਾਹਿਬ ਹੁੰਦੇ, ਫੂਡ ਪ੍ਰੋਸੈਸਿੰਗ ਦੇ ਰਾਹੀਂ ਮੈਨੂੰ ਲੱਗਦਾ ਪਿੰਡ 'ਚ ਆਪਾਂ ਕਿੰਨਾ ਕੁਝ ਕਰ ਦੇਣਾ ਸੀਗਾ, ਲੇਕਿਨ ਇੱਥੇ ਚਿੱਠੀ ਲਿਖੀ ਜਾਓ, ਕਿਸੇ ਨੂੰ ਕੰਨ 'ਚ ਜੂੰ ਵਰਗੀ ਪਰਵਾਹ ਨਹੀਂ। ਬੀਬਾ ਜੀ, ਇਹ ਹਲਕੇ ਦੇ ਵੋਟਰਾਂ ਦਾ ਤੁਸੀਂ ਕਿਸ ਤਰ੍ਹਾਂ ਦਾ ਧੰਨਵਾਦ ਕਰਨਾ ਚਾਹੋਗੇ? ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਤੁਹਾਨੂੰ ਆ ਕੇ ਮਿਲ ਵੀ ਰਹੇ ਨੇ ਤੇ ਵੋਟਰਾਂ ਨੇ ਤੁਹਾਨੂੰ ਅੱਗੇ ਲੈ ਕੇ ਜਾਣਾ ਹੈਗਾ, ਤੇ ਆਮ ਵਰਕਰਾਂ ਵਾਸਤੇ, ਜਿਹੜੇ ਅਕਾਲੀ ਦਲ ਦੇ ਵਰਕਰ ਨੇ, ਉਹਨਾਂ ਵਾਸਤੇ ਕੀ ਕਹਿਣਾ? ਮੇਰੇ ਖਿਆਲ ਲੋਕਾਂ ਨੇ ਵੀ ਤੇ ਬਹੁਤ ਸਾਰੇ ਜਿਹੜੇ ਕੱਟਰ ਕਾਂਗਰਸੀ ਵੀ ਹੈਗੇ, ਉਹਨਾਂ ਨੇ ਵੀ ਮਨ ਬਣਾ ਲਿਆ ਸੀ ਕਿ ਇਸ ਵਾਰੀ ਵੋਟ ਅਸੀਂ ਉਹੋ ਜਿਹੇ ਉਮੀਦਵਾਰ ਨੂੰ ਪਾਣੀ ਹੈ ਜਿਹਦੇ ਨਾਲ ਸਾਡਾ ਬਠਿੰਡੇ ਦੀ ਤਰੱਕੀ ਅੱਗੇ ਵਧੇ, ਕਿਉਂਕਿ 10 ਸਾਲ ਕੰਮ ਉਹਨਾਂ ਨੇ ਦੇਖਿਆ ਹੈ। ਇੱਕ ਪਾਸੇ ਉਹਨਾਂ ਨੂੰ ਮਿਲ ਰਿਹਾ ਸੀ ਗੁੰਡਾਗਰਦੀ, ਝੂਠ, ਲਾਰੇ ਲੱਪੇ ਤੇ ਅਮਨ ਸ਼ਾਂਤੀ ਨੂੰ ਭੜਕਾਊ ਚੀਜ਼ਾਂ ਕਰ, ਇਹੋ ਜਿਹੀ ਰਾਜਨੀਤੀ। ਦੂਜੇ ਪਾਸੇ ਇਹਨਾਂ ਨੂੰ ਸਾਫ਼ ਸੁਥਰੀ, ਜਿਨ੍ਹਾਂ ਨੇ ਕਦੇ ਨਾ ਪਰਚਾ, ਨਾ ਧੱਕਾ, ਨਾ ਕਬਜ਼ਾ, ਨਾ ਦਵਾਨੀ ਦੀ ਲੈਣ ਦੇਣ, ਤਾਂ ਵਿਕਾਸ ਕਰਕੇ ਦਿਖਾਇਆ। ਤੇ ਵੱਡੇ ਪ੍ਰੋਜੈਕਟ ਜਿਹੜੇ ਹੁਣ, ਜਿਵੇਂ ਮੈਂ ਕਹਾਂ ਕਿ ਏਮਸ, ਇਹ ਮੈਂ ਪਹਿਲੇ ਨਹੀਂ ਕਿਹਾ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਇੱਕ ਇਹਦਾ ਕੋਈ ਲੋਕਾਂ ਨੂੰ ਕੋਈ ਇਹੋ ਜਿਹੀ ਚੀਜ਼ ਲੱਗੇ, ਲੇਕਿਨ ਹਕੀਕਤ ਆ ਹੈਗੀ, ਜਿੰਨੇ ਏਮਸ ਸੈਂਟਰ ਨੇ ਐਲਾਨ ਕੀਤੇ ਨੇ, ਜੇ ਇੱਕ ਏਮਸ ਤਿਆਰ ਹੋ ਗਿਆ ਹੈ, ਉਹ ਇਕੱਲੇ ਬਠਿੰਡੇ ਵਾਲਾ ਹੈਗਾ। ਕਿਉਂਕਿ ਬਾਦਲ ਸਾਹਿਬ ਦੇ ਹੁੰਦੇ ਵੀ ਮੈਂ ਧੱਕਾ ਲਾਇਆ, ਤੇ ਜਦ ਸਰਕਾਰ ਬਦਲੀ ਫਿਰ ਸੈਂਟਰ 'ਚ ਜਿੰਨੀ ਕਲੀਅਰੈਂਸਿਸ ਸੀਗੀ, ਉੱਥੇ ਵੀ ਹੈਲਥ ਡਿਪਾਰਟਮੈਂਟ 'ਚ ਮੈਂ ਖੁਦ ਹਰ ਹਫਤੇ ਫੋਨ ਕਰਕੇ ਇਸ ਤਰ੍ਹਾਂ ਮੋਨੀਟਰ ਕੀਤਾ ਕਿ ਇਹ ਤਿਆਰ ਹੋਣ ਲੱਗਿਆ ਹੈ, ਲੇਕਿਨ ਨਾ ਇੱਥੇ ਸੂਬੇ ਦੀ ਸਰਕਾਰ ਨੇ ਪਰਵਾਹ ਕੀਤੀ। ਤੇ ਸੈਂਟਰ 'ਚ ਤਾਂ ਜਿਹੜਾ ਆ ਜਾਂਦਾ ਹੈ ਉਹਦਾ ਕੰਮ ਹੋ ਜਾਂਦਾ, ਜਿਹੜਾ ਨਹੀਂ ਆਉਂਦਾ ਉਹ ਫਿਰ ਅਫਸਰਸ਼ਾਹੀ ਆਪਣੇ ਲੈਵਲ ਨਾਲ ਕਰਦੀ ਹੈ। ਸੋ ਜੇ ਇੱਥੇ ਇਹ ਕੋਈ ਬਦਲਾਵ ਆਂਦਾ ਹੈਗਾ, ਤੇ ਮੈਨੂੰ ਤਾਂ ਪਤਾ ਹੈ ਕਿ ਕੈਪਟਨ ਸਾਹਿਬ ਤਾਂ ਪਹਿਲੇ ਹੀ ਰੋਕਣ 'ਚ ਲੱਗੇ ਸੀ। ਇਹਨਾਂ ਨੇ ਸਾਡੀ ਰਿਫਾਈਨਰੀ ਵੀ 5 ਸਾਲ ਰੋਕਤੀ ਸੀ, ਏਮਸ ਇੱਥੇ ਹੀ ਰੁਕ ਜੂਗਾ। ਸੋ ਹਜ਼ਾਰਾਂ ਨੌਜਵਾਨਾਂ ਨੂੰ ਜਿਹਨੂੰ ਰੋਜ਼ਗਾਰ ਮਿਲਣਾ ਹੈ, ਲੱਖਾਂ ਲੋਕਾਂ ਦਾ ਜਿਨ੍ਹਾਂ ਦਾ ਇਲਾਜ ਹੋਣਾ ਹੈ, ਇਹਦੇ ਆਉਣ ਦੇ ਨਾਲ ਕਿੰਨਾ ਹੋਰ ਇਸ ਇਲਾਕੇ ਦਾ ਵਪਾਰ ਵਧਣਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹਦੇ ਵਿੱਚ ਜ਼ਰੂਰ ਨੁਕਸਾਨ ਹੋਗਾ। ਸੋ ਇਹ ਨੁਕਸਾਨ ਨਾ ਹੋਏ, ਇਹ ਮੇਰਾ ਸਭ ਤੋਂ ਨੰਬਰ 1 ਏਜੰਡਾ ਹੈਗਾ ਕਿ ਇਹਦਾ ਨੁਕਸਾਨ ਨਹੀਂ, ਬਲਕਿ ਇਹਦੇ ਫਾਇਦੇ ਨੂੰ ਹੋਰ ਮੈਗਨੀਫਾਈ ਕਰੀਏ ਕਿ ਜਿਹੜਾ ਕੁਝ ਇਸ ਹਸਪਤਾਲ 'ਚ ਯੂਜ਼ ਹੁੰਦਾ ਹੈ, ਉਹ ਸਾਰੀ ਚੀਜ਼ਾਂ ਦੀ ਮੈਨੂਫੈਕਚਰਿੰਗ ਵੀ ਮੈਂ ਇੱਥੇ ਲੈ ਕੇ ਆਵਾਂ, ਤਾਂ ਕਿ ਹੋਰ ਵੀ ਇੰਡਸਟਰੀ ਆਏ, ਹੋਰ ਵਪਾਰ ਵਧੇ, ਹੋਰ ਰੋਜ਼ਗਾਰ ਪੈਦਾ ਹੋਏ। ਤੇ ਇਹੋ ਜਿਹੀ ਚੀਜ਼ਾਂ ਹੁਣ ਮਾਨਸੇ ਜ਼ਿਲ੍ਹੇ ਵਿੱਚ ਵੀ ਆਏ, ਹੋ ਸਕੇ ਤਾਂ ਹਰੇਕ ਹਲਕੇ ਵਾਸਤੇ ਕੁਝ ਆਏ। ਸੋ ਜਿੱਥੇ ਉਮੀਦ ਕਰਦੀ ਹਾਂ ਕਈ ਸਾਰੇ ਮੰਤਰੀ ਅਕਾਲੀ ਦਲ ਦੇ ਬਣਨਗੇ, ਜਿਹਦੇ ਕਰਕੇ ਕਈ ਸਾਰੇ ਸਾਨੂੰ ਮਹਿਕਮੇ ਦਾ ਫਾਇਦਾ ਮਿਲ ਸਕੂਗਾ। ਮੈਡਮ, ਆਖਰੀ ਸਵਾਲ, ਕੋਈ ਜਿਸ ਤਰ੍ਹਾਂ 23 ਨੂੰ ਨਤੀਜੇ ਆ ਰਹੇ ਨੇ, ਕੋਈ ਮਨ ਦੇ ਵਿੱਚ ਧੜਕਣ ਜਾਂ ਕੋਈ ਕਿਸੇ ਤਰ੍ਹਾਂ ਦਾ ਮਨ ਦੇ ਵਿੱਚ?
ਨਹੀਂ ਬਸ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀਆਂ ਨੇ, ਕਿਉਂਕਿ ਸਾਡੇ ਘਰ 'ਚ ਕਿਸੇ ਭਾਵੇਂ ਦਿੱਲੀ ਚਲੇ ਜਾਓ, ਭਾਵੇਂ ਇੱਥੇ ਬਾਦਲ ਆ ਜਾਓ, ਭਾਵੇਂ ਚੰਡੀਗੜ੍ਹ 'ਚ ਜਦ CM ਹਾਊਸ ਹੈਗਾ, ਸਾਰੀ ਜਗ੍ਹਾ ਗੁਰੂ ਸਾਹਿਬ ਦਾ ਪ੍ਰਕਾਸ਼ ਹੈਗਾ। ਸਵੇਰ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ, ਆਸ਼ੀਰਵਾਦ ਲੈ ਕੇ, ਆਪ ਦਾ ਸਿਮਰਨ ਕਰਕੇ ਤਾਂ ਨਿਕਲਦੇ ਹਾਂ, ਤੇ ਸ਼ਾਮ ਨੂੰ ਆ ਕੇ ਉਸ ਹੀ ਗੁਰੂ ਸਾਹਿਬ ਦੇ ਦਰ ਤੋਂ ਆਪ ਦੀ ਭੁੱਲਾਂ ਬਖਸ਼ਾਉਂਦੇ ਨੇ। ਤੇ ਮੇਰੇ ਮਨ 'ਚ ਕੋਈ ਸ਼ੱਕ ਨਹੀਂ, ਸਗਲ द्वार को छाड़ के गयो तुहारो द्वार, बाहे गए की लाजस गोबिंद दास तुहार। जो कुछ मिलिया है इस मालिक दे दर तो मिलिया है, मैं होर थाओ नहीं जिस पे करो बिनती, मेरा दुख सुख सब तुधी पास। चोन प्रचार शुरू करन तो पहले दरबार साहब 'च उस धन गुरु ग्रंथ साहब का उठ आसरा लैके सरकार बनती है, लगातार हर महीने उस दरबार साहब 'ਚ ਗੁਰੂ ਗ੍ਰੰਥ ਸਾਹਿਬ ਦੇ ਨਕਮਸਤਕ ਹੋ ਕੇ ਆਸ਼ੀਰਵਾਦ ਲੈ ਕੇ, ਭੁੱਲਾ ਬਖਸ਼ਾ ਕੇ, ਹਰ ਮਹੀਨੇ ਹਾਜ਼ਰੀ ਭਰ ਕੇ, ਤੇ ਵੋਟਾਂ ਜਦ ਸੰਪੂਰਨ ਹੁੰਦੀਆਂ ਨੇ ਤਾਂ ਵੀ ਜਾ ਕੇ ਗੁਰੂ ਦਾ ਓਟ ਆਸਰਾ ਲਿੱਤਾ, ਤੇ ਜਦ ਰਿਜ਼ਲਟ ਨਿਕਲਿਆ ਤਾਂ ਵੀ ਗੁਰੂ ਦਾ ਓਟਾ, ਭਾਵੇਂ ਸਾਡੀ ਸਰਕਾਰ ਪੰਜਾਬ 'ਚ ਗਈ, ਲੇਕਿਨ ਸਭ ਤੋਂ ਪਹਿਲੇ ਦਰਬਾਰ ਸਾਹਿਬ 'ਚ ਪਹੁੰਚ ਕੇ, ਭਾਵੇਂ ਕੈਪਟਨ ਸਾਹਿਬ ਮੁੱਖ ਮੰਤਰੀ ਬਣ ਕੇ 6 ਮਹੀਨੇ ਨਹੀਂ ਗਏ, ਲੇਕਿਨ ਅਸੀਂ ਹਾਰਨ ਤੋਂ ਬਾਅਦ, ਸਾਡੀ ਸਰਕਾਰ ਜਾਣ ਤੋਂ ਬਾਅਦ ਹੀ ਉੱਥੇ ਜਾ ਕੇ ਹਾਜ਼ਰ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਕਿ ਤੁਹਾਡੇ ਭਾਣੇ 'ਚ ਰਹਿ ਕੇ ਜਿਹੜਾ ਤੁਹਾਨੂੰ ਚੰਗਾ, ਜੋ ਤੁਧ ਪਾਵੇ ਸੋਈ ਚੰਗਾ, ਇਸ ਰਜ਼ਾ ਵਿੱਚ ਰਹਿ ਕੇ, ਤੇ ਉਸ ਧੰਨ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ, ਉਹ ਸਾਜੇ ਨਿਵਾਜੀ ਉਹਨਾਂ ਦਾ ਮਹਾਂਪੁਰਖਾਂ ਦਾ ਆਸ਼ੀਰਵਾਦ ਲੈ ਕੇ ਅਸੀਂ ਚੱਲਦੇ ਹਾਂ। ਤੇ ਮੇਰੇ ਮਨ 'ਚ ਕੋਈ ਸ਼ੱਕ ਨਹੀਂ, ਮਿਲਤਾ ਹੈ ਤੇਰੇ ਦਰ ਸੇ ਮੁਕੱਦਰ ਸੇ ਵੀ ਜ਼ਿਆਦਾ। ਉਹ ਗੁਰੂ ਸਾਹਿਬ ਦੇ ਕੋਲ, ਜਿਨ੍ਹਾਂ ਦੇ ਕੋਲ ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਘਰ 'ਚ ਸਭ ਕੁਛ ਹੈਗਾ, ਉਸ ਦਰ ਦੀ ਲੜ ਅਸੀਂ ਲੱਗੇ ਹਾਂ। ਤੇ ਮਾਲਿਕ ਸਦਾ ਹੀ ਲਗਾਏ ਰੱਖਣ, ਸਦਾ ਹੀ ਬਲ ਬਖਸ਼ਣ, ਸਮਤ ਬਖਸ਼ਣ, ਹਿੰਮਤ ਤੇ ਹੌਸਲਾ ਬਖਸ਼ਣ, ਕਿ ਆਪਣੇ ਲੋਕ ਜਿਹੜੇ ਸਾਡੇ ਤੇ ਵਿਸ਼ਵਾਸ ਕਰਦੇ ਨੇ, ਉਹਨਾਂ ਲੋਕਾਂ ਦੀ ਉਮੀਦਾਂ 'ਚ ਅਸੀਂ ਪੂਰੇ ਉਤਰ ਸਕੀਏ। ਤੇ ਭੰਡੀ ਪ੍ਰਚਾਰ, ਝੂਠੇ ਲਾਰੇ, ਗੁੰਡਾਗਰਦੀ, ਅਮਨ ਸ਼ਾਂਤੀ ਭੰਗ, ਇਹੋ ਜਿਹੀ ਚੀਜ਼ਾਂ ਤੋਂ ਦੂਰ ਰੱਖੀਏ, ਕਿਉਂਕਿ ਸਾਡੇ ਪੰਜਾਬ 'ਚ ਬਹੁਤ ਪੋਟੈਂਸ਼ੀਅਲ ਹੈ, ਬਹੁਤ ਕੁਝ ਹੋ ਸਕਦਾ ਹੈ, ਲੇਕਿਨ ਸਿਰਫ ਲੋੜ ਹੈ ਕਿ ਕੋਈ ਇਮਾਨਦਾਰੀ ਦੇ ਨਾਲ, ਮਿਹਨਤ ਦੇ ਨਾਲ, ਲਗਨ ਦੇ ਨਾਲ ਇਸ ਸੂਬੇ ਦੀ ਲੋਕਾਂ ਦਾ ਸੇਵਾ ਕਰੇ। ਬਹੁਤ ਕੁਝ ਮਿਲ ਸਕਦਾ ਹੈ, ਪਰਮਾਤਮਾ ਦੀ ਬਹੁਤ ਸਾਰੀ ਖੁਸ਼ੀ ਮਿਲ ਸਕਦੀ ਹੈ। ਧੰਨਵਾਦ ਜੀ। ਬਿਲਕੁਲ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਉਹਨਾਂ ਦੇ ਮਨ ਦੇ ਵਿੱਚ ਕੋਈ ਸ਼ੰਕਾ ਨਹੀਂ ਹੈ, ਗੁਰੂ ਸਾਹਿਬ ਕਿਰਪਾ ਕਰਨਗੇ, ਉਹ ਚੋਣਾਂ ਜਿੱਤਣਗੇ ਅਤੇ NDA ਦੀ ਸਰਕਾਰ ਫੇਰ ਦੁਬਾਰਾ ਬਣੇਗੀ। ਕੈਮਰਾਮੈਨ ਪ੍ਰੀਤਪਾਲ ਸਿੰਘ ਨਾਲ ਰਾਕੇਸ਼ ਕੁਮਾਰ, PTC ਨਿਊਜ਼, ਪਿੰਡ ਬਾਦਲ, ਜ਼ਿਲ੍ਹਾ ਮੁਕਤਸਰ ਸਾਹਿਬ। ਤਾਂ ਸੱਤਾਂ ਦਾ ਫਾਈਨਲ ਮੈਚ ਹੁਣ ਖਤਮ ਹੋ ਚੁੱਕਿਆ ਤੇ ਇੰਤਜ਼ਾਰ ਹੈ ਹੁਣ ਇਸ ਮੈਚ ਦੇ ਰਿਜ਼ਲਟ ਦਾ, ਜੋ ਕਿ 23 ਤਰੀਕ ਨੂੰ ਆਵੇਗਾ। ਵੇਲਾ ਇੱਥੇ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਛੇਤੀ ਮੁੜ ਪਰਤਾਂਗੇ। ਤਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਤੁਸੀਂ ਵੇਖਿਆ, ਅਕਸਰ ਉਮੀਦਵਾਰ ਬੜੇ ਬਿਜ਼ੀ ਸ਼ਡਿਊਲ ਚੋਂ ਲੰਘ ਕੇ ਚੋਣ ਪ੍ਰਚਾਰ ਖਤਮ ਕਰਨ ਬਾਅਦ ਜਦੋਂ ਵੋਟਾਂ ਦਾ ਦਿਨ ਭੁਗਤ ਜਾਂਦਾ ਹੈ ਤਾਂ ਉਹ ਕੁਝ ਦਿਨ ਫੁਰਸਤ ਦੇ ਪਲਾਂ ਦੇ ਵਿੱਚ ਆਪਣੇ ਘਰ 'ਚ ਬਤੀਤ ਕਰਦੇ ਨੇ। ਹਰਸਿਮਰਤ ਕੌਰ ਬਾਦਲ ਨੂੰ ਵੀ ਤੁਸੀਂ ਵੇਖਿਆ। ਕੁਝ ਹੋਰ ਆਗੂਆਂ ਦੀ ਹੁਣ ਗੱਲ ਕਰਦੇ ਹਾਂ। ਕੁਝ ਹੋਰ ਆਗੂ, ਭਾਵੇਂ ਉਹ ਕਾਂਗਰਸ ਦੇ ਹੋਣ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ, ਉਹ ਕਿਵੇਂ ਆਪਣਾ ਸਮਾਂ ਬਤੀਤ ਕਰ ਰਹੇ ਨੇ, ਆਓ ਹੁਣ ਤੁਹਾਨੂੰ ਉਹ ਵੀ ਵਿਖਾਉਂਦੇ ਹਾਂ। 1 ਮਹੀਨੇ ਦੀ ਕੜੀ ਮੁਸ਼ੱਕਤ ਤੋਂ ਬਾਅਦ ਹੁਣ ਰਾਹਤ ਦਾ ਸਮਾਂ ਹੈ ਔਰ ਨੇਤਾ ਨੇ ਜਿਹੜੇ ਆਪਣੇ ਆਪਣੇ ਨਿਵਾਸ ਸਥਾਨਾਂ 'ਤੇ ਆਰਾਮ ਕਰ ਰਹੇ ਨੇ। ਇਸ ਵੇਲੇ ਅਸੀਂ ਮੌਜੂਦ ਹਾਂ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ, ਜਿੱਥੇ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਆਪਣੇ ਨਿਵਾਸ ਦੇ ਉੱਤੇ ਰੈਸਟ ਫਰਮਾ ਰਹੇ ਨੇ। ਢੀਂਡਸਾ ਜੀ, ਰਾਤ ਨੀਂਦ ਕਿਵੇਂ ਆਈ? ਨੀਂਦ ਤਾਂ ਬਹੁਤ ਵਧੀਆ ਆਈ ਜੀ, ਅਤੇ ਕਾਫੀ ਮੈਨੂੰ ਲੱਗਦਾ, ਕਿਉਂਕਿ ਸ਼ਾਮ ਨੂੰ ਸਾਡੇ ਕਾਫੀ ਵਰਕਰ ਵੀ ਆਏ ਮਿਲਣ, ਅਤੇ ਸਾਰਿਆਂ ਨੇ ਬਹੁਤ ਵਧੀਆ ਖਬਰਾਂ ਦਿੱਤੀਆਂ। ਸੋ ਬੜੀ ਸ਼ਾਂਤੀ ਨਾਲ ਸੁੱਤੇ ਹਾਂ, ਅਤੇ ਅੱਜ 1 ਘੰਟਾ ਵੱਧ ਵੀ ਸੌਂ ਲਏ, ਥਕਾਵਟ ਵੀ ਦੂਰ ਕਰ ਰਹੇ ਹਾਂ। ਬਿਲਕੁਲ, ਸਵੇਰੇ ਮਤਲਬ ਸ਼ੁਰੂ ਹੋ ਜਾਂਦਾ ਸੀ ਵੋਟ ਮੰਗਣ ਦਾ ਸਿਲਸਿਲਾ, ਰਾਤ ਤੱਕ ਚੱਲਦਾ ਰਹਿੰਦਾ ਸੀ ਔਰ ਇੰਨੀਆਂ ਮੀਟਿੰਗਾਂ ਹੁੰਦੀਆਂ ਸੀ ਪਾਰਟੀ ਦੀਆਂ, ਅਤੇ ਹੁਣ ਕਿਸ ਤਰ੍ਹਾਂ ਲੱਗ ਰਿਹਾ? ਦੇਖੋ, ਹੁਣ ਅਸੀਂ ਅੱਜ ਜਿਹੜੇ ਸਾਡੇ ਵੱਖ-ਵੱਖ ਇਲਾਕਿਆਂ 'ਚ ਵਰਕਰ ਨੇ, ਉਹਨਾਂ ਨਾਲ ਕਿਸੇ ਦਾ ਫੋਨ 'ਤੇ ਗੱਲ ਹੋ ਰਹੀ ਹੈ, ਕਿਸੇ ਨਾਲ ਕੋਈ ਮਿਲਣ ਆਏ ਹੋਏ ਨੇ, ਸੋ ਉਹਨਾਂ ਨਾਲ ਵੀ ਮਿਲ ਰਹੇ ਹਾਂ, ਧੰਨਵਾਦ ਵੀ ਕਰ ਰਹੇ ਹਾਂ। ਅਤੇ ਬਾਕੀ ਥੋੜ੍ਹਾ ਜਿਹਾ ਆਪਦਾ ਵੀ ਹਜੇ ਬੈਠੇ ਹਾਂ ਆਰਾਮ ਨਾਲ, ਥੋੜ੍ਹਾ ਜਿਹਾ ਜਿਵੇਂ ਦੱਸਿਆ ਲੇਟ ਉੱਠੇ ਹਾਂ, ਅਖਬਾਰ ਪੜ੍ਹੇ ਨੇ। ਮੈਂ ਤਾਂ ਅੱਜ ਬੈਠ ਕੇ ਮੈਨੂੰ ਲੱਗਦਾ 1.5 ਮਹੀਨੇ ਬਾਅਦ ਸ਼ਾਂਤੀ ਨਾਲ ਅਖਬਾਰ ਪੜ੍ਹਿਆ ਹੋਣਾ ਹੈਗਾ। ਜਿਸ ਤਰ੍ਹਾਂ ਗੱਲ ਕੀਤੀ ਜਾਵੇ, ਨਤੀਜੇ ਅਜੇ ਦੂਰ ਨੇ, ਤਾਂ ਮਤਲਬ ਤੁਸੀਂ, ਤੁਹਾਡੇ ਦੋਸਤ, ਵਰਕਰ ਅੰਕੜੇ ਲਗਾ ਰਹੇ ਹੋਣਗੇ, ਮਤਲਬ ਕਿਸ ਤਰ੍ਹਾਂ, ਮਤਲਬ ਮੋਦੀ ਫੈਕਟਰ ਭੁਗਤਿਆ ਹੈਗਾ, ਸਰਸਾ ਫੈਕਟਰ ਕਿੱਧਰ ਚਲਾ ਗਿਆ ਹੈਗਾ, ਆਪ ਨੂੰ ਪਿੰਡਾਂ 'ਚੋਂ ਵੋਟ ਘੱਟ ਪੈ ਗਈ, ਸ਼ਹਿਰਾਂ 'ਚੋਂ ਸਾਨੂੰ ਜ਼ਿਆਦਾ ਪੈ ਗਈ। ਇਸ ਤਰ੍ਹਾਂ ਜੇਕਰ ਜਿੱਤ ਦੇ ਅੰਕੜੇ ਦੀ ਗੱਲ ਕੀਤੀ ਜਾਵੇ, ਤੁਸੀਂ ਕਿਸ ਤਰ੍ਹਾਂ ਦਾ ਅੰਕੜਾ ਲਗਾ ਰਹੇ ਹੋ? ਦੇਖੋ, ਸਾਨੂੰ ਤਾਂ ਜਿੱਤ ਪੱਕੀ ਲੱਗ ਰਹੀ ਹੈ। ਉਹਦਾ ਕਾਰਨ ਹੈ ਕਿ ਜੋ ਹੁਣ ਤੱਕ ਦੇ ਟ੍ਰੈਂਡ ਨੇ,
ਸਾਡਾ ਕਿਸੇ ਥਾਂ ਤੇ ਕਾਂਗਰਸ ਨਾਲ ਮੁਕਾਬਲਾ ਹੈ, ਕਿਸੇ ਥਾਂ ਤੇ ਆਮ ਆਦਮੀ ਨਾਲ। ਸੋ ਅਸੀਂ ਹਰ ਜਗ੍ਹਾ ਮੌਜੂਦ ਹਾਂ, ਸ਼ਹਿਰਾਂ ਦੇ ਵਿੱਚ ਵੀ ਪਿੰਡਾਂ ਵਿੱਚ ਵੀ। ਸੋ ਉਹ ਚੀਜ਼ ਦਾ ਸਾਨੂੰ ਐਡਵਾਂਟੇਜ ਹੈ ਅਤੇ ਇਸ ਕਰਕੇ ਮੈਂ ਸਮਝਦਾ ਸਾਡੀ ਅੱਛੀ ਜਿੱਤ ਹੋਣੀ ਚਾਹੀਦੀ ਹੈ। ਮੈਂ ਮੇਰੀ ਅੰਦਾਜ਼ਾ ਹੈ ਵੀ 50,000 ਵੋਟ ਤੱਕ ਸਾਡੀ ਜਿੱਤ ਹੋਣੀ ਚਾਹੀਦੀ ਹੈ। ਜਿੰਨੇ ਕਿ ਪ੍ਰੀਲਿਮਿਨਰੀ ਅਸੀਂ ਆਪਦੀ ਇਨਫੋਰਮੇਸ਼ਨ ਇਕੱਠੀ ਕੀਤੀ ਹੈ, ਜਾਂ ਜਿਹੜੇ ਕੋਈ ਪੋਲਿੰਗ ਸਟਾਫ ਸੀ ਜਾਂ ਅੰਦਰ ਬੈਠੇ ਸੀ, ਜਿੰਨੀ ਕੁ ਸਾਡੇ ਬੰਦੇ ਨੇ ਇਨਫੋਰਮੇਸ਼ਨ ਇਕੱਠੀ ਕੀਤੀ ਉਹਦੇ ਮੁਤਾਬਕ। ਬਾਕੀ ਜਿਹੜਾ ਹੈ ਮੈਂ ਸਮਝਦਾ 100% ਤਾਂ ਕੋਈ ਵੀ ਨਹੀਂ ਕਹਿ ਸਕਦਾ ਹੁੰਦਾ, ਪਰ ਸਾਡੀ ਅਸੈਸਮੈਂਟ ਇਹ ਹੈ ਵੀ ਸਾਰੀ ਥਾਂ 'ਤੇ ਅਸੀਂ ਜ਼ਰੂਰ ਮੁਕਾਬਲੇ ਦੇ ਵਿੱਚ ਹੈਗੇ ਹਾਂ। ਬਿਲਕੁਲ, ਸਾਡੀਆਂ ਵੀ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ। ਤੇ ਜਿਸ ਤਰ੍ਹਾਂ ਤੁਸੀਂ ਸੋਚਦੇ ਹੋ ਕਿ ਜਿੱਤ ਦਾ ਅੰਕੜਾ ਬਣੇ ਤੇ ਉਸ ਤਰ੍ਹਾਂ ਤੁਹਾਨੂੰ ਜਿੱਤ ਮਿਲੇ। ਤੇ ਦੇਖਿਆ ਤੁਸੀਂ ਕਿ ਕਿਸ ਤਰ੍ਹਾਂ ਜਿਹੜੇ ਨੇਤਾ ਨੇ ਆਪਣੇ ਆਪਣੇ ਨਿਵਾਸ ਸਥਾਨ ਤੇ ਆਰਾਮ ਕਰ ਰਹੇ ਨੇ ਤੇ ਆਪਣੇ ਆਪਣੇ ਜਿੱਤ ਦੇ ਅੰਕੜਿਆਂ ਨੂੰ ਜਿਹੜਾ ਹੈਗਾ ਆਪਣੇ ਹੱਕ ਦੇ ਵਿੱਚ ਬਿਠਾਉਣ ਦਾ ਯਤਨ ਕਰ ਰਹੇ ਨੇ। ਇਹ ਇੱਕ ਵੱਖਰੀ ਗੱਲ ਹੈ ਕਿ ਨਤੀਜਿਆਂ ਦੀ ਅਜੇ ਦੇਰੀ ਉਹਨਾਂ ਨੂੰ ਰਾਤ ਦੀ ਨੀਂਦ ਤਾਂ ਪੂਰੀ ਨਹੀਂ ਆਉਣ ਦੇਵੇਗੀ, ਪਰ ਫਿਲਹਾਲ ਉਹ ਜਿਹੜੀ ਥਕਾਨ ਹੈ ਉਸ ਨੂੰ ਦੂਰ ਕਰਨ ਦਾ ਯਤਨ ਜ਼ਰੂਰ ਕਰ ਰਹੇ ਨੇ। ਕੈਮਰਾ ਪਰਸਨ ਬਲਵਿੰਦਰ ਸਿੰਘ ਦੇ ਨਾਲ ਆਰ ਐਨ ਕਾਂਸਲ, PTC ਨਿਊਜ਼, ਸੰਗਰੂਰ। ਇਲੈਕਸ਼ਨਸ ਦੇ ਵਿੱਚ ਉਮੀਦਵਾਰ ਸਵੇਰੇ ਜਲਦੀ ਉੱਠ ਜਾਂਦੇ ਨੇ ਤੇ ਰਾਤੀ ਕਦੋਂ ਪਰਤਣਾ ਇਸ ਦਾ ਪਤਾ ਨਹੀਂ ਹੁੰਦਾ, ਪਰ ਹੁਣ ਇਲੈਕਸ਼ਨਸ ਜਿਹੜੇ ਹਨ ਉਹ ਖਤਮ ਹੋ ਚੁੱਕੇ ਹਨ। 23 ਤਾਰੀਖ ਦਾ ਇੰਤਜ਼ਾਰ ਜਿਹੜਾ ਉਹ ਕੀਤਾ ਜਾ ਰਿਹਾ ਹੈ। ਬਾਕੀ ਜਿਹੜੇ 3 ਦਿਨ ਇਹ ਵਿੱਚ ਦਾ ਸਮਾਂ ਹੈ, ਇਸ ਵੇਲੇ ਉਮੀਦਵਾਰ ਕਿਸ ਤਰੀਕੇ ਦੇ ਨਾਲ ਫੁਰਸਤ ਦੇ ਪਲ ਬਿਤਾ ਰਹੇ ਨੇ। ਅਸੀਂ ਫਿਲਹਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਕੋਲ ਇੱਥੇ ਪਹੁੰਚੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਸਵੇਰੇ ਕਿਉਂਕਿ ਹੁਣ ਗਰਮੀ ਦਾ ਮੌਸਮ ਹੈ, ਅੱਗੇ ਤਾਂ ਸਵੇਰੇ ਇਸ ਵੇਲੇ ਤੱਕ ਬਾਹਰ ਨਿਕਲ ਜਾਂਦੇ ਸੀ ਲੋਕਾਂ ਦੇ ਨਾਲ ਕਿਉਂਕਿ ਮੀਟਿੰਗਸ ਕਰਨੀਆਂ ਹੁੰਦੀਆਂ ਸਨ, ਪਰ ਇਸ ਵੇਲੇ ਪਰਿਵਾਰ ਦੇ ਨਾਲ ਵਕਤ ਬਿਤਾ ਰਹੇ ਨੇ, ਫੁਰਸਤ ਦੇ ਪਲ ਨੇ। ਹਾਲਾਂਕਿ 3 ਦਿਨ ਹੀ ਹਨ, ਟੈਨਸ਼ਨ ਜ਼ਰੂਰ ਰਹੇਗੀ ਕਿਉਂਕਿ 3 ਦਿਨ ਬਾਅਦ ਰਿਜ਼ਲਟ ਵੀ ਆਉਣਾ ਹੈ, ਲੇਕਿਨ ਇਹ 3 ਦਿਨ ਰਿਲੈਕਸ ਹੁੰਦੇ ਨੇ ਤੇ ਉਹੀ ਚੀਜ਼ ਕੀਤੀ ਜਾ ਰਹੀ ਹੈ। ਪਰਿਵਾਰ ਦੇ ਨਾਲ ਵਕਤ ਬਿਤਾਇਆ ਜਾ ਰਿਹਾ ਹੈ, ਠੰਡੀ ਲੱਸੀ ਦਾ ਆਨੰਦ ਲਿੱਤਾ ਜਾ ਰਿਹਾ ਹੈ। ਗੱਲ ਕਰਦੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸਾਹਿਬ, ਅਕਸਰ ਤੁਸੀਂ ਸਵੇਰੇ ਨਿਕਲ ਜਾਂਦੇ ਸੀ, ਅੱਜ ਸਵੇਰੇ ਉੱਠ ਕੇ ਕੀ ਕੀਤਾ ਹੈ? ਕੋਈ ਟੈਨਸ਼ਨ ਪਹਿਲਾਂ ਹੁੰਦੀ ਸੀ ਕਿ ਹੁਣ ਪਿੰਡਾਂ 'ਚ ਜਾਣਾ ਹੈ, ਲੋਕਾਂ ਨਾਲ ਗੱਲਬਾਤ ਕਰਨੀ ਹੈ, ਅੱਜ ਸਵੇਰੇ ਉਸੇ ਟਾਈਮ ਉੱਠੇ ਕਿ ਅੱਜ ਲੇਟ ਉੱਠੇ ਹੋ? ਨਹੀਂ, ਅੱਜ ਤਾਂ ਆਰਾਮ ਨਾਲ ਉੱਠੇ ਹਾਂ, 7 ਵਜੇ ਤੋਂ ਬਾਅਦ ਉੱਠੇ ਹਾਂ। ਅੱਗੇ 5 ਵਜੇ ਤੋਂ ਪਹਿਲਾਂ ਉੱਠਦੇ ਸੀ, 5 ਵਜੇ ਬਲਕਿ ਤਿਆਰ ਹੋ ਜਾਂਦੇ ਸੀ। ਅੱਜ ਉੱਠੇ ਹੀ 7 ਵਜੇ ਆ, 9 ਵਜੇ ਕਿਤੇ ਤਿਆਰ ਹੋ ਕੇ ਹੁਣ ਆਰਾਮ ਨਾਲ ਰਿਲੈਕਸ ਹੋ ਰਹੇ ਹਾਂ। 3 ਮਹੀਨਿਆਂ ਬਾਅਦ ਅੱਜ ਪਹਿਲੀ ਵਾਰੀ ਮੇਰਾ ਪਰਿਵਾਰ ਦੇ ਮੈਂਬਰ ਅਜੇ ਵੀ ਪੂਰੇ ਨਹੀਂ ਇਕੱਠੇ ਹੋਏ। ਬੇਟਾ ਬਾਹਰ MLA ਗਿਆ ਵਾ, ਜਿਹੜੇ ਦੇਖਣ ਜਿਹੜੇ ਰਾਤ ਮਸ਼ੀਨਾਂ ਆਈਆਂ ਚੈੱਕ ਕਰਨ। ਬਾਕੀ ਅੱਜ ਅਸੀਂ ਆਰਾਮ ਨਾਲ ਫਰੀ ਹਾਂ। ਵਕਤ ਕੱਢਦੇ ਕਿੱਦਾਂ ਹੋ? ਵਕਤ 'ਚੋਂ ਵਕਤ ਕੱਢ ਲਈਦਾ ਕਿਉਂਕਿ ਅਸਲ ਬੱਚਿਆਂ ਨਾਲ ਖੇਡ ਕੇ ਇੰਜੋਏ ਕਰੀਦਾ, ਬਲਕਿ ਰਿਲੈਕਸ ਹੋਈਦਾ। ਪੋਤੇ ਪੋਤੀਆਂ ਨਾਲ ਤਾਂ ਹੁਣ ਸਕੂਲ ਚਲੇ ਗਏ, ਨਹੀਂ ਤੁਸੀਂ ਦੇਖ ਛੱਡਣ ਵੀ ਗਏ ਉਹਨਾਂ ਨੂੰ ਲੱਗਦਾ? ਅੱਜ ਛੱਡ ਕੇ ਆਇਆ, ਪੋਤੇ ਪੋਤੇ ਸਕੂਲ ਛੱਡ ਕੇ ਆਏ। ਅੱਜ ਬਹੁਤ ਰਿਲੈਕਸ ਸੀ ਸਾਰੇ ਬੱਚੇ ਵੀ। ਬੱਚਿਆਂ ਨੇ ਵੀ ਅੱਜ ਮਤਲਬ ਕਿਸਮ ਦੀ ਗੱਲਬਾਤ ਕੀਤੀ, ਨਹੀਂ ਤਾਂ ਬੱਚਿਆਂ ਨੂੰ ਵੀ ਨਹੀਂ ਸੀ ਮਿਲਿਆ ਜਾਂਦਾ। ਮੇਰਾ ਖਿਆਲ ਆ ਇਸੇ ਇੱਕ ਘਰ 'ਚ ਹੀ ਰਹਿੰਦੇ ਬੱਚੇ। ਰਾਤ ਨੂੰ ਅਸੀਂ ਲੇਟ ਸੌਂ ਜਾਂਦੇ ਸੀ, ਸਵੇਰੇ ਪਹਿਲਾਂ ਚੱਲਦੇ ਸੁੱਤੇ ਪਏ ਹੁੰਦੇ ਸੀ। ਅੱਜ ਮਿਲੇ ਬਹੁਤ ਦੇਰ ਬਾਅਦ। ਪ੍ਰੈਸ਼ਰ ਹੈ ਦਿਮਾਗ 'ਤੇ ਕਿਉਂਕਿ 3 ਦਿਨ ਸਿਰਫ ਹੈਗੇ ਨੇ, ਹਾਲਾਂਕਿ ਤੁਸੀਂ ਅੱਜ ਰਿਲੈਕਸ ਫੀਲ ਕਰ ਰਹੇ ਹੋ, ਬੱਚਿਆਂ ਨਾਲ ਫੈਮਿਲੀ ਦੇ ਨਾਲ ਵਕਤ ਬਿਤਾ ਰਹੇ ਹੋ, ਲੇਕਿਨ ਪ੍ਰੈਸ਼ਰ ਹੈ, 3 ਦਿਨ ਰਹਿ ਗਏ ਨੇ, ਰਿਜ਼ਲਟ ਆਉਣਾ। ਦੇਖੋ, ਜਿਸ ਤਰ੍ਹਾਂ ਦਾ ਲੋਕਾਂ ਨੇ ਉਤਸ਼ਾਹ ਦਿਖਾਇਆ, ਤੁਸੀਂ ਵੀ ਦੇਖ ਕੇ ਆਏ ਹੋਵੋਗੇ, ਬਲਕਿ ਮਨ ਦੇ ਵਿੱਚ ਬੜੀ ਤਸੱਲੀ ਆ ਵੀ ਕਿੰਨਾ ਲੋਕਾਂ ਨੇ ਮਾਣ ਇੱਜ਼ਤ ਦਿੱਤਾ। ਸਰਕਾਰ ਪੰਜਾਬ ਦੀ ਹੋਰ ਹੋਵੇ ਅਤੇ ਇਕੱਠ ਸਾਡੇ ਬੂਥਾਂ 'ਤੇ ਹੋਇਆ ਹੋਵੇ, ਕੁਦਰਤੀ ਤੌਰ 'ਤੇ ਇਸ ਮਨ ਦੀ ਖੁਸ਼ੀ ਹੁੰਦੀ ਆ, ਤਾਂ ਨਾ ਤਾਂ ਕੋਈ ਹੈ ਹੀ ਨਹੀਂ। ਤੁਸੀਂ ਤਾਂ ਸਾਰਾ ਦਿਨ ਆਪਣੇ ਫਾਦਰ ਸਾਹਿਬ ਦੇ ਨਾਲ ਇੱਦਾਂ ਰਹਿੰਦੇ ਹੋ, ਤੁਹਾਨੂੰ ਨਹੀਂ ਲੱਗਦਾ ਕਿ ਯਾਰ ਇਹ ਸਾਡੇ ਵਾਸਤੇ ਵੀ ਟਾਈਮ ਨਹੀਂ ਕੱਢ ਪਾਉਂਦੇ ਅਤੇ ਤੁਸੀਂ ਵੀ ਅੱਗੋਂ ਉੱਦਾਂ ਪੈ ਗਏ? ਨਹੀਂ, ਮੈਂ ਤਾਂ ਇਹ ਸਮਝਦਾ ਵੀ ਜਦੋਂ ਦੇ ਸਿਆਸਤ 'ਚ ਆਏ ਨੇ ਤਾਂ ਸਿਆਸਤਕਾਰ ਦੇ ਤੌਰ 'ਤੇ ਜ਼ਿਆਦਾ ਜ਼ਿੰਦਗੀ ਦਾ ਫਰਜ਼ ਲੋਕਾਂ ਲਈ ਹੁੰਦਾ। ਸੋ ਆਪਣਾ ਫਰਜ਼ ਨਿਭਾਉਣ 'ਚ ਤਾਂ ਦੂਜੇ ਬੰਦੇ ਨੂੰ ਕਦੇ ਗਿਲਾ ਸ਼ਿਕਵਾ ਨਹੀਂ ਕਰਨਾ ਚਾਹੀਦਾ। ਸੋ ਅਸੀਂ ਤਾਂ ਸਾਥ ਦਿੰਦੇ ਹਾਂ, ਬਲਕਿ ਲੋਕਾਂ ਦੇ ਬਣਾਏ ਨੇ, ਲੋਕਾਂ 'ਚ ਰਹਿਣ, ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ। ਤੇ ਬੱਚੇ ਕੋਈ ਪੋਤੇ ਪੋਤੀਆਂ ਨਹੀਂ ਕੁਛ? ਉਹ ਤਾਂ ਖੈਰ ਬਹੁਤ ਕਰਦੇ ਨੇ ਜੀ, ਉਹਨਾਂ ਦਾ ਤਾਂ ਆਪਦਾ ਪਿਆਰ ਆ, ਉਹ ਜ਼ਿਆਦਾ ਕੁਛ ਦਾਦਾ ਦਾਦੀ ਨਾਲ ਬੈਠ ਕੇ ਜ਼ਿਆਦਾ ਖੁਸ਼ ਹੁੰਦੇ ਨੇ। ਸੋ ਉਹਨਾਂ ਦਾ 12 ਘੰਟੇ ਸਵਾਲ ਹੀ ਹੁੰਦਾ ਵੀ ਕਿੱਥੇ ਰਹਿ ਗਏ। ਤੇ ਹੁਣ ਅੱਜ ਖੁਸ਼ ਨਜ਼ਰ ਆ ਰਹੇ ਹੋਣੇ ਕਿਉਂਕਿ ਅੱਜ ਕਹਿੰਦੇ ਛੱਡਣ ਵੀ ਗਏ ਨੇ ਤੇ ਸ਼ਾਇਦ ਲੈਣ ਵੀ ਜਾਣ। ਹਾਂਜੀ, ਅੱਜ ਤਾਂ ਮੇਰੇ ਖਿਆਲ 'ਚ ਉਹਨਾਂ ਦਾ ਜਿੰਨਾ ਪਹਿਲਾ ਹੌਲੀਡੇ ਹੁੰਦਾ ਉਸ ਹਿਸਾਬ ਨਾਲ ਬੱਚਿਆਂ ਦੀ ਵੀ ਖੁਸ਼ੀ ਸੀ, ਜਿੱਦ ਵੀ ਕਰ ਰਹੇ ਸੀ ਵੀ ਸਕੂਲ ਨਹੀਂ ਜਾਣਾ, ਪਰ ਛੱਡ ਕੇ ਆਏ, ਲੈਣ ਜਾਣਾ, ਤਾਂ ਅੱਜ ਉਹਨਾਂ ਨਾਲ ਇਹ ਦਿਨ ਬਤੀਤ ਹੋਊਗਾ। ਉਹਨਾਂ ਲਈ ਬਹੁਤ ਬੜਾ ਖੁਸ਼ੀ ਦਾ ਦਿਨ ਹੋਏਗਾ ਅੱਜ। ਬਿਲਕੁਲ, ਪਰਿਵਾਰ ਵਾਸਤੇ ਵੀ ਖੁਸ਼ੀ ਦਾ ਦਿਨ ਹੈ। ਫਿਲਹਾਲ ਕਿਉਂਕਿ ਹਮੇਸ਼ਾ 5 ਵਜੇ ਸਵੇਰੇ ਉੱਠ ਜਾਂਦੇ ਸਨ ਅਤੇ ਅੱਜ ਕਹਿ ਰਹੇ ਨੇ ਕਿ ਸਵੇਰੇ 7 ਵਜੇ ਉੱਠੇ ਹਨ ਅਤੇ ਉੱਠਦੇ ਨਾਲ ਹੀ ਬੱਚਿਆਂ ਨੂੰ ਜਿਹੜਾ ਸਕੂਲ ਛੱਡ ਕੇ ਆਏ ਹਨ। ਫਿਲਹਾਲ 3 ਦਿਨ ਬਚੇ ਹਨ, ਇੰਤਜ਼ਾਰ ਰਹੇਗਾ ਹੁਣ 23 ਮਈ ਦਾ। ਕੈਮਰਾਮੈਨ ਤਰਸੇਮ ਦੇ ਨਾਲ ਨਵੀਨ ਸੇਠੀ, PTC ਨਿਊਜ਼, ਮੋਹਾਲੀ।
ਪੂਰੇ ਦੇਸ਼ ਦੀਆਂ ਲੋਕ ਸਭਾ ਸੀਟਾਂ ਤੇ ਚੋਣਾਂ ਲੜ ਰਹੇ ਉਮੀਦਵਾਰਾਂ ਦਾ ਸਿਆਸੀ ਭਵਿੱਖ ਈਵੀਐਮ ਮਸ਼ੀਨਾਂ ਦੇ ਵਿੱਚ ਕੈਦ ਹੈ। ਤਕਰੀਬਨ 2 ਦਿਨ ਦਾ ਸਮਾਂ ਬਾਕੀ ਬਚਿਆ। 23 ਤਰੀਕ ਨੂੰ ਈਵੀਐਮ ਖੁੱਲ੍ਹਣੀਆਂ ਨੇ, ਨਤੀਜੇ ਬਾਹਰ ਆਉਣੇ ਨੇ, ਪਰ ਉਸ ਤੋਂ ਪਹਿਲਾਂ ਇਨ ਬਿਟਵੀਨ ਇਲੈਕਸ਼ਨ ਤੋਂ ਬਾਅਦ ਵਿੱਚ ਔਰ ਰਿਜ਼ਲਟ ਤੋਂ ਪਹਿਲਾਂ ਨੇਤਾਵਾਂ ਦੀਆਂ ਕੀ ਗਤੀਵਿਧੀਆਂ ਹੈਗੀਆਂ ਨੇ ਇਹ ਵੱਖ-ਵੱਖ ਤੁਹਾਨੂੰ ਅਸੀਂ ਵਿਖਾ ਰਹੇ ਹਾਂ। ਇਸ ਵਕਤ ਮੈਂ ਪੰਜਾਬੀ ਦੇ ਵਿਸ਼ਵ ਪ੍ਰਸਿੱਧ ਗਾਇਕ ਪਦਮ ਸ਼੍ਰੀ ਹੰਸਰਾਜ ਹੰਸ ਹੋਣਾ ਦੇ ਨਿਵਾਸ ਤੇ ਬੈਠਾ। ਹੰਸਰਾਜ ਹੰਸ ਹੋਰੀ ਔਰ ਉਹਨਾਂ ਦੇ ਪਰਿਵਾਰਕ ਮੈਂਬਰ ਮੇਰੇ ਨਾਲ ਇਸ ਵਕਤ ਮੌਜੂਦ ਹੈਗੇ ਨੇ। ਸਰ, ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਦੌਰਾਨ ਕਾਫੀ ਤੁਹਾਡਾ ਬਿਜ਼ੀ ਸ਼ੈਡਿਊਲ ਰਿਹਾ ਇਲੈਕਸ਼ਨ ਨੂੰ ਲੈ ਕੇ, ਦਿੱਲੀ ਦੇ ਵਿੱਚ ਤੁਸੀਂ ਇਲੈਕਸ਼ਨ ਲੜ ਰਹੇ ਹੈਗੇ ਹੋ, ਹੁਣ ਰਿਜ਼ਲਟ ਦੀ ਵੇਟ ਕੀਤੀ ਜਾ ਰਹੀ ਹੈ। ਫਸਟ ਆਫ ਆਲ ਇਨ ਬਿਟਵੀਨ ਕਿਵੇਂ ਟਾਈਮ ਸਪੈਂਡ ਕਰ ਰਹੇ ਹੋ, ਕੀ ਕੁਝ ਰੁਝੇਵੇਂ ਚੱਲ ਰਹੇ ਨੇ ਅੱਜ ਕੱਲ੍ਹ? ਥੋੜ੍ਹਾ ਜਿਹਾ ਮੈਂ ਅੱਜ ਸੌਂ ਲਿਆ ਵੈਸੇ, ਲੇਕਿਨ ਇਸ ਤੋਂ ਪਹਿਲਾਂ ਕਿ ਬਹੁਤ ਜ਼ਿਆਦਾ ਮੈਨੂੰ ਆਰਾਮ ਫਿਰ ਉਹੀ ਆਦਤਾਂ ਜੀਆਂ ਪੈ ਜਾਣ, ਮੈਂ ਹੁਣ ਦਿੱਲੀ ਲਈ ਫਿਰ ਪ੍ਰਸਥਾਨ ਕਰ ਰਿਹਾ, ਜਾ ਰਿਹਾ। ਉੱਥੇ ਬਹੁਤ ਜ਼ਰੂਰੀ ਹੈ ਮੇਰਾ ਰਹਿਣਾ। ਸੋ ਨੀਂਦ ਨੂੰਦ ਤੇ ਜਾਂ ਆਰਾਮ ਰੂਮ ਜਾਂ ਇਹ ਸੋਚਣਾ ਕਿ ਕੀ ਹੋਏਗਾ 23 ਨੂੰ, ਇਹ ਵੀ ਨਹੀਂ ਫੁਰਸਤ ਮਿਲੀ। ਕੰਮ ਕੰਮ ਕੰਮ। ਅਤੇ ਉਹ ਦਿਲ ਦੇ ਮਹਿਰਮ ਨੂੰ ਲੱਭਣ ਮੈਂ ਦਿੱਲੀ ਗਿਆ ਸੀ, ਉਹ ਮਹਿਰਮ ਨੇ ਮੇਰਾ ਸਾਥ ਦਿੱਤਾ। ਅਤੇ ਸਿਆਸਤ ਨਾ ਮੈਨੂੰ ਇੱਥੇ ਗ੍ਰੈਮਰ ਸਮਝ ਆਈ ਨਾ ਉੱਥੇ, ਕਿਉਂਕਿ ਸਿਆਸਤਦਾਨ ਨਹੀਂ ਗਾ ਮੈਂ ਇੱਕ ਹਮਦਰਦ ਹਾਂ, ਆਰਟਿਸਟ ਹਾਂ। ਔਰ ਜਿੱਦਾਂ ਮੇਰੇ ਲੀਡਰ ਸੇਵਾਦਾਰ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠ ਕੇ ਵੀ ਉਹਨਾਂ ਨੇ ਆਪਣੇ ਆਪ ਨੂੰ ਇਹ ਕਿਹਾ ਕਿ ਮੈਂ ਤਾਂ ਅਦਨਾ ਜਿਹਾ ਸੇਵਾਦਾਰ ਔਰ ਚੌਂਕੀਦਾਰ ਹਾਂ। ਐਸੇ ਤਰ੍ਹਾਂ ਮੈਂ ਮਹਿਸੂਸ ਕਰਦਾ ਕਿ ਸਿਆਸਤ ਦਾ ਗੁੜਤੀ ਤਾਂ ਮੈਨੂੰ ਮਿਲੀ ਨਹੀਂ, ਲੇਕਿਨ ਮੈਨੂੰ ਇਹ ਤਾਂ ਪਤਾ ਕਿ ਲੋਕਾਂ 'ਚ ਕਿੱਦਾਂ ਰਹੀਦਾ, ਲੋਕਾਂ ਨਾਲ ਕਿਵੇਂ ਵਿਚਰਨਾ, ਉਹ ਮੇਰੇ ਕੰਮ ਆ ਜਾਂਦੀ ਗੱਲ। ਆਲ ਟੂਗੈਦਰ ਬਹੁਤ ਡਿਫਰੈਂਟ ਸੀਗਾ ਜੀ, ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਐਜ਼ ਅ ਸਟਾਰ ਜਾਂਦੇ ਹੋ ਤੁਸੀਂ, ਅਤੇ ਹੁਣ ਲੋਕਾਂ ਕੋਲ ਪਿਤਾ ਜੀ ਲਈ, ਡੈਡ ਲਈ ਵੋਟ ਮੰਗਣ ਜਾਣਾ। ਸੋ ਉਹਨਾਂ ਦੀਆਂ 1-2 ਪ੍ਰੋਬਲਮਸ ਹੁੰਦੀਆਂ ਸੀ, ਜ਼ਿਆਦਾ ਨਹੀਂ ਸੀ, ਕਿਉਂਕਿ ਲੱਕੀਲੀ ਅਸੀਂ ਇਸ ਇੰਡਸਟਰੀ ਤੋਂ ਹੀ ਹਾਂ, ਥੋੜ੍ਹਾ ਜਾਣਦੇ ਵੀ ਸੀ, ਪਛਾਣਦੇ ਵੀ ਸੀ, ਔਰ ਡੈਡ ਕਰਕੇ ਤਾਂ ਫਿਰ ਹੋਰ ਫਰਕ ਪੈ ਜਾਂਦਾ ਸੀਗਾ। 1-2 ਛੋਟੀਆਂ ਉਹਨਾਂ ਦੀਆਂ ਪ੍ਰੋਬਲਮ ਹੁੰਦੀਆਂ ਸੀ। ਇੱਕ ਕਿ ਉਹ ਕਹਿੰਦੇ ਉਹਨਾਂ ਨੇ ਸਭ ਤੋਂ ਜ਼ਿਆਦਾ ਵੱਡੀ ਪ੍ਰੋਬਲਮ ਇਹ ਸੀ ਕਿ ਸਾਨੂੰ ਮਿਲ ਲਿਓ ਦੁਬਾਰਾ, ਜਦੋਂ ਜਿੱਤ ਗਏ ਮਿਲਣ ਜ਼ਰੂਰ ਆਇਓ। ਸੋ ਹੋਪਫੁਲੀ ਅਸੀਂ ਜਿੱਤ ਜਾਂਦੇ ਹਾਂ। ਜੇ ਜਿੱਤਦੇ ਹਾਂ ਅਤੇ ਫਿਰ ਪੱਕਾ ਮੇਰਾ ਅਤੇ ਭਾਜੀ ਦਾ ਤਾਂ ਇਹੀ ਸੀਗਾ ਕਿ ਯਾਰ ਐਟਲੀਸਟ ਜਿਨ੍ਹਾਂ ਨੇ ਤੁਹਾਨੂੰ ਇੰਨਾ ਸਪੋਰਟ ਕੀਤਾ, ਤੁਹਾਨੂੰ ਇੱਕ ਵੋਟ ਪਾਈ ਹੈ, ਇੰਨੀ ਇੰਪੋਰਟੈਂਟ ਵੋਟ ਪਾਈ ਆ, ਉਹਨਾਂ ਦਾ ਥੈਂਕਸ ਕਰਨਾ ਤਾਂ ਬਣਦਾ ਆ। 23 ਤਰੀਕ ਤੱਕ ਵੇਟ ਕਰਾਂਗੇ। ਜੇ ਅਸੀਂ ਜਿੱਤਦੇ ਵੀ ਹਾਂ ਫਿਰ ਵੀ ਮਾਲਕ ਦਾ ਸਿਰਫ ਸ਼ੁਕਰ ਕਰਾਂਗੇ। ਬਹੁਤ ਜ਼ਿਆਦਾ ਭੂਏ ਚੜ੍ਹਨਾ ਮੇਰਾ ਵੈਸੇ ਸੁਭਾਅ ਨਹੀਂ। ਮੁੰਡੇ ਵੀ ਤੁਸੀਂ ਦੇਖਿਆ ਫਿਲਮਾਂ 'ਚ ਹੀਰੋ ਆ, ਆਪਣਾ ਨੋਰਮਲ ਜਾਂ ਨਿਮਰਤਾ ਜਿਹੀ ਨਾਲ ਅਸੀਂ ਰਹੀਦਾ। ਅਤੇ ਮੈਂ ਕਈ ਵਾਰੀ ਉਦਾਸ ਹੋ ਜਾਂਦਾ ਹਾਰ ਹੁਰ ਕੇ। ਬੱਚਿਆਂ ਨੂੰ ਮੈਂ ਇਹੀ ਕਿਹਾ ਕਿ ਕਦੀ ਵੀ ਮੋਰਲ ਨਹੀਂ, ਆਪਣਾ ਅੰਦਰੋਂ ਡਾਊਨ ਨਹੀਂ ਹੋਣਾ। ਸੋ ਇਹ ਹੰਸਰਾਜ ਹੰਸ ਔਰ ਉਹਨਾਂ ਦੇ ਪਰਿਵਾਰਕ ਮੈਂਬਰ, ਉਹਨਾਂ ਦੇ ਬੇਟੇ ਯੁਵਰਾਜ ਹੰਸ ਨਾਲ ਗੱਲਬਾਤ ਕੀਤੀ ਹੈ। ਬੜੀ ਜ਼ਿੰਦਾ ਦਿਲੀ ਇਹਨਾਂ ਨੇ ਵਿਖਾਈ ਹੈ ਕਿ ਜਿਹੜੇ ਵੀ ਨਤੀਜੇ ਆਉਣਗੇ ਖਿੜੇ ਮੱਥੇ ਪ੍ਰਵਾਨ ਹੋਣਗੇ। ਪਰ ਜਿਵੇਂ ਦੇ ਐਗਜ਼ਿਟ ਪੋਲ ਕੱਲ੍ਹ ਸ਼ਾਮ ਦੇ ਆ ਰਹੇ ਹੈਗੇ ਨੇ, ਉਹਨਾਂ ਦੇ ਵਿੱਚ ਐਨਡੀਏ ਸਰਕਾਰ ਦੀ ਜਿਹੜੀ ਵਾਪਸੀ ਹੁੰਦੀ ਨਜ਼ਰ ਆ ਰਹੀ ਹੈ। ਸੋ ਕਿਤੇ ਨਾ ਕਿਤੇ ਚੰਗੀ ਖਬਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਐਨਡੀਏ ਉਮੀਦਵਾਰ ਹੈਗੇ ਆ ਉਹਨਾਂ ਦੇ ਵਾਸਤੇ ਆਉਣ ਵਾਲੀ ਹੈ। ਸੋ ਇੰਤਜ਼ਾਰ 23 ਮਈ ਦਾ ਹੈਗਾ, ਜਦੋਂ ਈਵੀਐਮ ਮਸ਼ੀਨਾਂ ਖੁੱਲ੍ਹਣਗੀਆਂ ਔਰ ਜਿਹੜੇ ਉਮੀਦਵਾਰਾਂ ਦਾ ਭਵਿੱਖ ਈਵੀਐਮ ਮਸ਼ੀਨਾਂ ਦੇ ਵਿੱਚ ਕੈਦ ਹੈ ਉਹ ਬਾਹਰ ਆਏਗਾ। ਸੋ ਇੰਤਜ਼ਾਰ 23 ਮਈ ਦਾ, ਕੀ ਉਹ ਦਿਨ ਖਬਰ ਲੈ ਕੇ ਆਉਂਦਾ, ਇਸ ਗੱਲ ਦਾ ਸਭ ਨੂੰ ਇੰਤਜ਼ਾਰ ਹੈ। ਕੈਮਰਾ ਪਰਸਨ ਜਗਰੂਪ ਦੇ ਨਾਲ ਪਤਰਸ ਮਸੀਹ, PTC ਨਿਊਜ਼ ਜਲੰਧਰ। ਵੇਲਾ ਇੱਥੇ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਛੇਤੀ ਮੁੜ ਪਰਤਾਂਗੇ। ਕੁਝ ਹੋਰ ਆਗੂਆਂ ਦੀ ਹੁਣ ਗੱਲ ਕਰਦੇ ਹਾਂ। ਕੁਝ ਹੋਰ ਆਗੂ, ਭਾਵੇਂ ਉਹ ਕਾਂਗਰਸ ਦੇ ਹੋਣ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ, ਉਹ ਕਿਵੇਂ ਆਪਣਾ ਸਮਾਂ ਬਤੀਤ ਕਰ ਰਹੇ ਨੇ, ਆਓ ਹੁਣ ਤੁਹਾਨੂੰ ਉਹ ਵੀ ਵਿਖਾਉਂਦੇ ਹਾਂ। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ, ਜਦੋਂ ਇਹ ਨਾਮ ਸਾਡੇ ਸਾਹਮਣੇ ਆਉਂਦਾ ਹੈ ਤਾਂ ਚਿੱਟਾ ਕੁੜਤਾ ਪਜਾਮਾ ਪਿੰਡਾਂ ਦੇ ਵਿੱਚ ਆਪਣੇ ਕਾਫਲੇ ਦੇ ਨਾਲ ਸਰਦੀਆਂ ਤਸਵੀਰਾਂ ਦਿਮਾਗ ਦੇ ਵਿੱਚ ਘੁੰਮਣੀਆਂ ਸ਼ੁਰੂ ਹੋ ਜਾਂਦੀਆਂ ਨੇ। ਪਰ ਅੱਜ ਅਜਿਹਾ ਮਾਹੌਲ ਨਹੀਂ ਹੈ। ਜਿੱਦਾਂ ਇੱਕ 10ਵੀਂ 12ਵੀਂ ਜਾਂ BA ਜਾਂ MA ਦੇ ਸਟੂਡੈਂਟ ਦੀ ਪ੍ਰੀਖਿਆ ਹੁੰਦੀ ਹੈ ਅਤੇ ਉਸ ਤੋਂ ਪਹਿਲਾਂ ਦਾ ਜਿਹੜਾ ਮਾਹੌਲ ਹੁੰਦਾ ਹੈ ਵੱਖਰਾ ਹੁੰਦਾ ਹੈ, ਉਸ ਤੋਂ ਬਾਅਦ ਦਾ ਜਿਹੜਾ ਮਾਹੌਲ ਹੁੰਦਾ ਹੈ ਉਹ ਵੱਖਰਾ ਹੁੰਦਾ ਹੈ। ਇਸੇ ਤਰੀਕੇ ਦੇ ਨਾਲ ਜਦੋਂ MP ਦੀਆਂ ਚੋਣਾਂ ਤੋਂ ਪਹਿਲਾਂ ਦਾ ਮਾਹੌਲ ਹੁੰਦਾ ਹੈ ਉਹ ਸਿਆਸਤਦਾਨ ਦੇ ਲਈ ਵੱਖਰਾ ਹੁੰਦਾ ਹੈ, ਔਰ ਉਸ ਤੋਂ ਬਾਅਦ ਦਾ ਮਾਹੌਲ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਸਰ ਹੁਣੀ ਆਪਣੀ ਫੈਮਿਲੀ ਦੇ ਨਾਲ ਇਹ ਟਾਈਮ ਸਪੈਂਡ ਕਰ ਰਹੇ ਨੇ, ਕਿਉਂਕਿ ਇੱਕ ਮੈਂ ਕਹੂੰਗਾ ਕਿ ਬਹੁਤ ਵੱਡਾ ਜਿਹੜਾ ਬਰਡਨ ਹੁੰਦਾ ਹੈ, ਬਹੁਤ ਜ਼ਿਆਦਾ ਫਿਜ਼ੀਕਲ ਚੈਲੰਜ ਹੁੰਦਾ ਹੈ, ਮੈਂਟਲ ਚੈਲੰਜ ਹੁੰਦਾ ਹੈ ਚੋਣਾਂ ਦੇ ਦੌਰਾਨ। ਔਰ ਦੇਖਦੇ ਹਾਂ ਕਿ ਕਿੰਨਾ ਕੁ ਰਿਲੀਫ ਸਰ ਨੂੰ ਮਿਲਿਆ ਹੈ ਇਹਨਾਂ ਚੋਣਾਂ ਤੋਂ ਬਾਅਦ। ਸਰ ਸਭ ਤੋਂ ਪਹਿਲਾਂ ਤੇ ਇਹ ਦੱਸੋ ਕਿ ਪਹਿਲਾਂ ਜਿਹੜਾ ਮਾਹੌਲ ਹੈ ਉਦੋਂ ਤੁਸੀਂ ਮੇਰੇ ਖਿਆਲ 'ਚ 24/7 ਔਨ ਦ ਸਟਰੀਟਸ ਰਹਿੰਦੇ ਹੋ, ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪ੍ਰਚਾਰ ਕਰਦੇ, ਹੁਣ ਰਿਲੈਕਸ ਡਾਊਨ ਕਿੱਦਾਂ ਦਾ ਫੀਲ ਹੋ ਰਿਹਾ? ਬਹੁਤ ਚੰਗਾ ਲੱਗਦਾ ਆ, ਪਰ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਪਾਈ ਜਾਂ ਜਿਹੜੀ ਕਰਨਾ ਪੈਣਾ ਰਾਜਨੀਤੀ ਖੇਤਰ ਇਹ ਜਿਹਾ ਕਿ ਉਹਨੂੰ ਪਹਿਲ ਦੇਣੀ ਬਣਦੀ ਹੈ, ਔਰ ਉਹਨੂੰ ਹਮੇਸ਼ਾ ਹੀ ਪਹਿਲ ਰੱਖੀ ਹੈ। ਉਹਦੇ 'ਚ ਫੈਮਿਲੀ ਜਿਹੜੀ ਇਗਨੋਰ ਹੁੰਦੀ ਹੈ, ਔਰ
ਕੁਦਰਤੀ ਗੱਲ ਹੈ, ਕਿਉਂਕਿ ਜੇ ਟਾਈਮ ਬਾਹਰ ਦੇਵਾਂਗੇ, ਟਾਈਮ ਤੇ ਸੇਮ ਹੋਣਾ ਹੈ, ਸੂਰਜ ਚੜ੍ਹਨਾ ਹੈ ਤੇ ਛਿਪਣਾ ਹੈ। ਉਹ ਜੇ ਅਸੀਂ ਪਬਲਿਕ ਨਾਲ ਜ਼ਿਆਦਾ ਬਿਤਾਵਾਂਗੇ ਤੇ ਫਿਰ ਬੱਚਿਆਂ ਦਾ ਕੁਦਰਤੀ ਗੱਲ ਹੈ ਜਾਂ ਮਾਂ ਬਾਪ ਤੋਂ ਘੱਟ ਮਿਲਦਾ, ਪਰ ਇਲੈਕਸ਼ਨ 'ਚ ਇਹ ਜ਼ਿਆਦਾ ਹੋ ਜਾਂਦਾ ਹੈ। ਰੂਟੀਨ 'ਚ ਤੇ ਬੱਚਿਆਂ ਨੂੰ ਚਲੋ ਮਿਲੀਦਾ ਹੀ ਹੈ, ਇੰਨੀ ਗੱਲ। ਪਰਿਵਾਰ ਲਈ ਵੀ ਟਾਈਮ ਹੁੰਦਾ। ਹੁਣ ਕਾਫੀ 4-5 ਮਹੀਨੇ ਬਾਅਦ ਬੈਠੇ ਅੱਜ, ਕੱਲ੍ਹ ਇਲੈਕਸ਼ਨ ਕੰਪਲੀਟ ਹੋਈ ਹੈ ਤੇ ਅੱਜ ਫਿਰ ਫੈਮਿਲੀ ਦੇ ਨਾਲ ਟਾਈਮ ਜਿਹੜਾ ਸੀ ਉਹ ਮੇਰਾ ਮਨ ਸੀ ਕਿ ਸਾਰਾ ਦਿਨ ਇਹਨਾਂ ਨੇ ਹੀ ਬਿਤਾਇਆ ਜਾਵੇ। ਔਰ ਇਹ ਵੀ ਕਾਫੀ ਦਿਨ ਦੇ ਗੁੱਸੇ ਸੀ ਵੀ ਸਾਨੂੰ ਟਾਈਮ ਨਹੀਂ ਦਿੱਤਾ। ਕਈ ਗੱਲਾਂ ਪਰਿਵਾਰਾਂ ਦੀਆਂ ਹੁੰਦੀਆਂ ਕਰਨ ਵਾਲੀਆਂ, ਬੈਠ ਕੇ ਕਈ ਦੁੱਖ ਸੁੱਖ ਹੁੰਦੇ ਆ ਜਿਹੜੇ ਕਰਨੇ, ਪਰ ਅੱਜ ਸਾਰਾ ਦਿਨ ਸਵੇਰ ਦੇ ਹੀ। ਅਸੀਂ ਮਾਤਾ ਪਿਤਾ ਨੂੰ ਵੀ ਜ਼ਰੂਰ ਪੁੱਛਾਂਗੇ ਕਿ ਜਦੋਂ ਬੱਚਾ ਸਿਆਸਤਦਾਨ ਬਣ ਜਾਂਦਾ ਹੈ ਔਰ ਇੱਕ ਹੋਣਹਾਰ ਸਿਆਸਤਦਾਨ ਬਣ ਜਾਂਦਾ ਹੈ ਤੇ ਉਸਦੀ ਜਿਹੜੀ ਹੈ ਡਿਊਟੀ ਲੋਕਾਂ ਪ੍ਰਤੀ ਵੀ ਬੜੀ ਜ਼ਿਆਦਾ ਹੋ ਜਾਂਦੀ ਹੈ। ਮਹਿਸੂਸ ਕਰਦੇ ਹੋ ਆਪਣੇ ਬੱਚੇ ਨੂੰ ਥੋੜ੍ਹਾ ਮਿਸ ਕਰਦੇ ਹੋ ਜਦੋਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਹੁੰਦੇ ਨੇ ਪਿੰਡਾਂ ਦੇ ਵਿੱਚ ਔਰ ਟਾਈਮ ਸਪੈਂਡ ਕਰਨ ਦਾ ਕੁਝ ਵਿਚਾਰ ਹੁੰਦੇ ਨੇ ਫੈਮਿਲੀ ਦੇ, ਉਹ ਸਾਂਝੇ ਕਰਨ ਦਾ ਮੌਕਾ ਨਹੀਂ ਮਿਲਦਾ? ਦੇਖੋ ਜੀ, ਕੋਈ ਵੀ ਬੱਚਾ ਕਿਸੇ ਦਾ ਹੋਵੇ, ਮੇਰਾ ਵੀ ਆ, ਜਿਹੜਾ ਸਿਆਸਤਦਾਨ ਬਣਦਾ ਉਹਨੂੰ ਪਰਿਵਾਰ ਨਾਲੋਂ ਜ਼ਿਆਦਾ ਟਾਈਮ ਜਿਹੜਾ ਲੋਕਾਂ 'ਚ, ਜਨਤਾ 'ਚ, ਸ਼ਹਿਰਾਂ 'ਚ, ਪਿੰਡਾਂ 'ਚ ਦੇਣਾ ਪੈਂਦਾ। ਜੇ ਉਹਨਾਂ ਨੂੰ ਟਾਈਮ ਦਊਗਾ, ਉਹਨਾਂ ਨਾਲ ਵਿਚਰੂਗਾ, ਉਹਨਾਂ ਦੇ ਦੁੱਖ ਸੁੱਖਾਂ ਭਾਈਵਾਲ ਹੋਊ, ਉਹਨਾਂ ਤਕਲੀਫਾਂ ਸਮਝੂ, ਉਹਨਾਂ ਨੂੰ ਹੱਲ ਕਰਨ ਦੇ ਯਤਨ ਸਮਝੂ, ਉਹ ਤਾਂ ਹੀ ਉਹ ਲੋਕਾਂ ਵਿੱਚ ਮਤਲਬ ਕਾਮਯਾਬ ਹੋ ਸਕਦਾ। ਅਤੇ ਜੇਕਰ ਲੋਕਾਂ ਨੂੰ ਸ਼ਾਇਦ ਉਹ ਘਰ ਨਾਲ ਚੰਬੜਿਆ ਰਹੂਗਾ ਤੇ ਮੈਂ ਤਾਂ ਕਹਾਂਗਾ ਉਹ ਕਾਮਯਾਬ ਨਹੀਂ ਹੋ ਸਕਦਾ। ਅਤੇ ਹਰ ਸਿਆਸਤਦਾਨ ਨੂੰ, ਜਿਸ ਤਰ੍ਹਾਂ ਮੇਰਾ ਬੇਟਾ ਵਾ, ਇਹ ਜਿਸ ਤਰ੍ਹਾਂ ਲੋਕਾਂ ਨਾਲ ਵਿਚਰਦਾ, ਬਾਹਰ ਜਾਂਦਾ ਵਾ, ਉਹਦਾ ਨਤੀਜਾ ਤੁਹਾਡੇ ਸਾਹਮਣੇ ਆ ਕਿ ਕੌਂਸਲ ਇਲੈਕਸ਼ਨ ਤੋਂ ਸਿੱਧਾ MP ਦੀ ਇਲੈਕਸ਼ਨ ਲੜੀ ਔਰ 2 ਲੱਖ ਵੋਟ ਨਾਲ ਇਹਨੇ ਲੀਡ ਹਾਸਲ ਕੀਤੀ। ਅਤੇ ਹੁਣ ਵੀ ਮੈਨੂੰ ਜਾਪਦਾ ਕਿ ਇਹਨਾਂ ਨੇ ਬਹੁਤ ਤਗੜਾ, ਜਿਹਨੂੰ ਆਪਾਂ ਪੰਜਾਬੀ ਘੈਂਟ ਕਹਿੰਦੇ ਨੇ, ਸਿਆਸਤਦਾਨ ਲਿਆ ਕੇ ਦੇ ਸਾਹਮਣੇ ਖੜਾ ਕੀਤਾ। ਜਿਹੜਾ ਮੈਸਟਰ ਵੀ ਰਿਹਾ, ਹੋਰ ਵੀ ਬੜੇ ਵੱਡੀਆਂ ਪੋਸਟਾਂ 'ਤੇ ਰਿਹਾ, ਅਤੇ ਉਹ ਵੀ ਇੱਥੋਂ ਬੁਰੀ ਤਰ੍ਹਾਂ, ਜਿਸ ਤਰ੍ਹਾਂ ਜੇਤੀ ਸਾਹਿਬ ਭੱਜੇ ਸੀ ਜਾਂ ਸ਼ੀਨਾ ਭੱਜਾ, ਉਹ ਵੀ ਭੱਜੂਗਾ ਔਰ ਇਹਨੂੰ ਪਰਮਾਤਮਾ ਕਾਮਯਾਬੀ ਬਖਸ਼ੂ। ਉਹ ਸਿਰਫ ਇਹਨੂੰ ਇਹ ਫਲ ਮਿਲਿਆ ਕਿ ਜਿਹੜਾ ਲੋਕਾਂ ਨਾਲ ਵਿਚਰਦਾ, ਲੋਕਾਂ ਦਾ ਕੰਮਕਾਰ ਕਰਦਾ ਅਤੇ ਲੋਕਾਂ ਨੂੰ ਟਾਈਮ ਦਿੰਦਾ। ਸਰ, ਜੇ ਮੈਂ ਆਪਣੀ ਗੱਲ ਕਰਾਂ, ਜਦੋਂ ਸਾਡੇ BA ਦੇ ਐਗਜ਼ਾਮ ਸੀਗੇ, ਉਸ ਤੋਂ ਪਹਿਲਾਂ ਅਸੀਂ ਥੋੜ੍ਹੇ ਨਰਵਸ ਹੁੰਦੇ ਹਾਂ, ਫਿਰ ਐਗਜ਼ਾਮ ਤੋਂ ਬਾਅਦ ਥੋੜ੍ਹਾ ਰਿਲੈਕਸ ਹੋ ਜਾਂਦੇ ਹਾਂ, ਫਿਰ ਜਦੋਂ ਰਿਜ਼ਲਟ ਆਉਣ ਲੱਗਦਾ ਉਸ ਤੋਂ ਪਹਿਲਾਂ ਵੀ ਥੋੜ੍ਹੀ ਨਰਵਸਨੈਸ ਹੁੰਦੀ ਹੈ। ਰਿਜ਼ਲਟ ਦੀ ਥੋੜ੍ਹੀ ਨਰਵਸਨੈਸ ਹੈਗੀ ਹੈ? ਜਿਹੜੇ ਤੇ ਚੰਗੇ ਪੜ੍ਹੇ ਹੋਣ ਉਹਨਾਂ ਨੂੰ ਨਹੀਂ ਹੁੰਦੀ ਜਾਂਦੀ। ਇਹ ਤਾਂ ਮੈਂ ਜਾਣਦਾ। ਅਸੀਂ ਮਾੜਿਆਂ ਵਿੱਚ ਹੈਗੇ। ਨਹੀਂ, ਉਹ ਕਾਲਜ ਟਾਈਮ ਦੀ ਮੈਂ ਗੱਲ ਕਰ ਰਿਹਾ। ਅਤੇ ਇਸ ਵੇਲੇ ਰਾਜਨੀਤੀ ਦੇ ਖੇਤਰ 'ਚ ਮੈਂ ਸਮਝਦਾ ਕਿ ਮੈਂ ਆਪਣੀ ਡਿਊਟੀ ਨਿਭਾਈ ਆ ਅਤੇ ਨਰਵਸਨੈਸ ਕੋਈ ਨਹੀਂ। ਜੇ ਲੋਕ ਉਸ ਤੋਂ ਬਾਅਦ ਕੋਈ ਫੈਸਲਾ ਦਿੰਦੇ ਤਾਂ ਮੈਨੂੰ ਖਿੜੇ ਮੱਥੇ ਮਨਜ਼ੂਰ ਹੈ, ਪਰ ਜੋ ਲੱਗ ਰਿਹਾ ਹੈ ਕਿ ਫੈਸਲਾ ਬਹੁਤ ਵਧੀਆ ਹੈ ਔਰ ਹੱਕ 'ਚ ਆਏਗਾ। ਥੋੜ੍ਹੀ ਉਦਾਸੀ ਹੈਗੀ ਆ ਕਿਉਂਕਿ ਵੋਟ ਪਰਸੈਂਟੇਜ ਜਿੰਨੀ ਸੋਚੀ ਗਈ ਸੀਗੀ ਉਨੀ ਅੰਮ੍ਰਿਤਸਰ ਦੇ ਵਿੱਚ ਹੋਈ ਨਹੀਂ ਹੈਗੀ। ਤੁਹਾਨੂੰ ਕੀ ਲੱਗਦਾ ਇਸ ਦੇ ਪਿੱਛੇ ਕਾਰਨ ਕੀ ਹੈ? ਔਰ ਜੇ ਉਦਾਸ ਹੈਗੇ ਹੋ ਤੇ ਇਸ ਨੂੰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਸੁਧਾਰ ਸਕਦੇ ਹਾਂ? ਨਹੀਂ, ਪਹਿਲੀ ਗੱਲ ਤਾਂ ਦੇਖੋ, ਵੋਟ ਪਾਉਣਾ ਲੋਕਾਂ ਦਾ ਅਧਿਕਾਰ ਖੇਤਰ ਹੈ। ਲੋਕ ਇਸ ਗੱਲ ਤੋਂ ਪਿੱਛੇ ਨਹੀਂ ਰਹਿਣਾ ਚਾਹੀਦਾ। ਤੁਸੀਂ ਕਿਸੇ ਨੂੰ ਪਾਓ, ਤੁਹਾਡੀ ਮਰਜ਼ੀ ਹੈ। ਇਹ ਇੱਕ ਲਹਿਦਾ ਗੱਲ ਹੈ। ਜਦੋਂ ਨਾਲ ਪ੍ਰਚਾਰ ਕਰਦੇ ਹਾਂ ਅਸੀਂ ਆਪਣੀ ਪਾਰਟੀ ਦਾ ਕਰਨਾ, ਆਪਣਾ ਕਰਨਾ, ਪਰ ਵੋਟ ਦੇ ਅੰਦਰ ਜਾ ਕੇ ਪੈਣੀ ਜਿਹਨੂੰ ਵੀ ਪਾਉਣੀ, ਪਰ ਵੋਟ ਜ਼ਰੂਰ ਪਾਉਣੀ ਚਾਹੀਦੀ। ਜਿਹੜੇ ਲੋਕ ਨਹੀਂ ਗਏ, ਮੈਨੂੰ ਨਹੀਂ ਪਤਾ ਕਿਉਂ ਨਹੀਂ ਗਏ, ਪਰ ਜਾਣਾ ਚਾਹੀਦਾ ਸੀ। ਦੂਜੀ ਗੱਲ, ਜਿਹੜਾ ਸਿਨੈਰੀਓ ਬਣ ਰਿਹਾ ਉਹ ਇਹ ਹੈ ਕਿ ਅਕਾਲੀ ਦਲ ਦਾ ਵਰਕਰ ਬਰਗਾੜੀ ਕਰਕੇ ਬਹੁਤ ਨਾਰਾਜ਼ ਸੀ, ਉਹ ਵੀ ਨਹੀਂ ਨਿਕਲਿਆ। BJP ਆਪ ਦੁਫਾੜ ਹੋਈ ਹੈ ਸਾਰੇ ਸ਼ਹਿਰ 'ਚ, ਉਹ ਵੀ ਚੰਗੀ ਤਰ੍ਹਾਂ ਆਪਣੀ ਕੰਪੇਨ ਨਹੀਂ ਚਲਾ ਪਾਈ। ਸੋ ਇਹ ਦੋਵੇਂ ਕਾਰਨ ਨੇ ਵੱਡੇ ਕਿ ਜਿਹੜਾ ਉਹਨਾਂ ਦੀ ਜਿਹੜੀ ਪਰਸੈਂਟੇਜ ਆ 7-8% ਜਿਹੜੀ ਵੋਟ ਕਿ ਉਹਨਾਂ ਨੇ ਪਾਉਣੀ ਸੀ, ਵਰਕਰ ਨੇ ਬਾਹਰ ਨਿਕਲ ਕੇ ਉਹ ਨਹੀਂ ਕਰਵਾ ਪਾਇਆ। ਉਹੀ ਡਾਊਨ ਹੈ। ਜਿਹੜਾ ਸਾਡੇ ਲੀਡਰ ਸਾਹਿਬਾਨ ਜਾਂ ਵਰਕਰ ਦੀ ਗੱਲ ਹੈ, ਸਾਡੀ ਪਰਸੈਂਟੇਜ ਮੇਰੀ ਕੈਲਕੂਲੇਸ਼ਨ ਹੈ ਜਾਂ ਜੋ ਮੈਨੂੰ ਪਤਾ ਲੱਗ ਰਿਹਾ ਉਹਦੇ ਮੁਤਾਬਕ ਕਿਤੇ ਵੀ ਕੋਈ ਕਮੀ ਨਹੀਂ, ਸਾਰੇ ਆਪਣੀ ਮਿਹਨਤ ਪੂਰੀ ਕੀਤੀ। ਥੈਂਕ ਯੂ ਵੈਰੀ ਮਚ ਸਰ। ਸੋ ਇਸ ਸੀਗੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ, ਜੋ ਕਿ ਇੱਕ ਰਿਲੈਕਸ ਡਾਊਨ ਮੂਡ ਦੇ ਵਿੱਚ ਹੈਗੇ ਨੇ। ਔਰ ਅੱਜ ਅਸੀਂ ਵੀ ਬਹੁਤੇ ਸਿਆਸੀ ਜਿਹੜੇ ਸਵਾਲ ਉਹ ਨਹੀਂ ਕਰ ਰਹੇ ਹਾਂ ਕਿਉਂਕਿ ਜਿੰਨੀ ਕੁ ਮਿਹਨਤ ਇਹਨਾਂ ਦੇ ਵੱਲੋਂ ਗਰਾਊਂਡ ਜ਼ੀਰੋ ਦੇ ਉੱਤੇ ਕੀਤੀ ਗਈ ਹੈ, ਥੋੜ੍ਹੀ ਇਹਨਾਂ ਨੂੰ ਵੀ ਇਜਾਜ਼ਤ ਦੇ ਦੇਣੀ ਚਾਹੀਦੀ ਹੈ ਸਾਰਿਆਂ ਦੇ ਵੱਲੋਂ ਕਿ ਉਹ ਵੀ ਰਿਲੈਕਸ ਹੋ ਜਾਣ। ਉਸ ਤੋਂ ਬਾਅਦ ਫਿਰ ਨਵੀਂ ਦੌੜ ਦੇ ਵੱਲ ਉਹਨਾਂ ਨੇ ਸ਼ੁਰੂਆਤ ਕਰਨੀ ਹੈ। ਕੈਮਰਾ ਪਰਸਨ ਰਾਜਕੁਮਾਰ ਦੇ ਨਾਲ ਸੁਪ੍ਰੀਤ ਸਿੰਘ ਕਾਲੋਂ, PTC ਨਿਊਜ਼, ਅੰਮ੍ਰਿਤਸਰ। ਲੋਕ ਸਭਾ ਚੋਣਾਂ ਦੇ ਵਾਸਤੇ ਵੋਟਿੰਗ ਪੂਰੀ ਹੋ ਚੁੱਕੀ ਹੈ। EVM ਮਸ਼ੀਨਾਂ ਦੇ ਵਿੱਚ ਉਮੀਦਵਾਰਾਂ ਦਾ ਭਵਿੱਖ ਕੈਦ ਹੈ ਔਰ EVM ਮਸ਼ੀਨਾਂ ਇਸ ਵਕਤ ਸਟਰੋਂਗ ਰੂਮਸ ਦੇ ਵਿੱਚ ਪਈਆਂ ਨੇ, ਪਰ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਕੀ ਕਹਿ ਰਹੀਆਂ ਨੇ, ਚੋਣਾਂ ਤੋਂ ਬਾਅਦ ਕਿੰਨਾ ਰਿਲੈਕਸ ਫੀਲ ਕਰ ਰਹੇ ਨੇ, ਅਸੀਂ ਵੱਖ-ਵੱਖ ਉਮੀਦਵਾਰਾਂ ਦੇ ਕੋਲ ਜਾ ਰਹੇ ਹਾਂ। ਇਸ ਵਕਤ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਇਸਤਰੀ ਅਕਾਲੀ ਦਲ ਦੇ ਪ੍ਰਧਾਨ ਔਰ ਖਡੂਰ ਸਾਹਿਬ ਹਲਕਾ ਤੋਂ ਅਕਾਲੀ ਦਲ ਦੇ ਉਮੀਦਵਾਰ ਬੀਬੀ ਜਗੀਰ ਕੌਰ ਜੀ ਹੈਗੇ ਨੇ। ਬੀਬੀ ਜੀ, ਫਸਟ ਆਫ ਆਲ, ਇੰਨੇ ਮਹੀਨੇ ਡੇਢ ਮਹੀਨੇ ਦੀ ਦੌੜ ਭੱਜ ਤੋਂ ਬਾਅਦ, ਥਕਾਵਟ ਭਰੇ ਮਾਹੌਲ ਤੋਂ ਬਾਅਦ ਅੱਜ ਕਿੰਨਾ ਰਿਲੈਕਸ ਫੀਲ ਕਰ ਰਹੇ ਹੋ? ਦੇਖੋ, ਇਹ ਆਪਣੀ ਆਪਣੀ ਸੋਚ ਹੁੰਦੀ ਹੈ।
ਜਦੋਂ ਅਸੀਂ ਪਰਮਾਤਮਾ ਦੇ ਉੱਤੇ ਵਿਸ਼ਵਾਸ ਰੱਖਦੇ ਹਾਂ ਤੇ ਲੋਕਾਂ ਵਿੱਚ ਭਰੋਸਾ ਰੱਖਦੇ ਹਾਂ ਤੇ ਮੇਰਾ ਖਿਆਲ ਹੈ ਨਾ ਤੇ ਧੜਕਣ ਪਹਿਲਾਂ ਹੀ ਵੱਧਦੀ ਹੈ ਤੇ ਨਾ ਹੀ ਧੜਕਣ ਬਾਅਦ 'ਚ ਵੱਧਦੀ ਹੈ। ਦੂਜੀ ਗੱਲ ਹੈ ਥਕਾਵਟ ਦੀ ਗੱਲ ਹੈ। ਥਕਾਵਟ ਉਹ ਬੰਦਾ ਮਹਿਸੂਸ ਕਰਦਾ ਜਿਹਨੇ ਪਹਿਲਾਂ ਕਦੀ ਕੁਝ ਕੀਤਾ ਨਾ ਹੋਵੇ। ਅਸੀਂ ਪਹਿਲਾਂ ਵੀ ਉੱਦਾਂ ਹੀ ਕੰਮ ਕਰਦੇ ਹਾਂ, ਬਾਅਦ 'ਚ ਵੀ ਉਹੀ। ਜਿੰਨਾ ਕੰਮ ਇਹਨਾਂ ਦਿਨਾਂ 'ਚ ਕੀਤਾ ਉੱਦਾਂ ਹੀ ਅਸੀਂ ਪਾਰਟੀ ਵਾਸਤੇ ਪਹਿਲਾਂ ਵੀ ਕਰਦੇ ਹਾਂ, ਲੋਕਾਂ ਵਾਸਤੇ ਪਹਿਲਾਂ ਵੀ ਕਰਦੇ ਹਾਂ। ਇਹ ਜ਼ਰੂਰ ਹੈ ਥੋੜ੍ਹਾ ਬਹੁਤਾ ਕੰਮ ਵੱਧ ਜਾਂਦਾ ਪਰ ਉੱਦਾਂ ਦੇ ਸੁਭਾਅ ਬਣ ਜਾਂਦਾ ਹੈ। ਸਗਾ ਇੱਕ ਖੁਰਾਕ ਮਿਲਦੀ ਹੈ ਜਿਉਂ-ਜਿਉਂ ਅਸੀਂ ਪਬਲਿਕ 'ਚ ਜਾਂਦੇ ਹਾਂ, ਜਿਉਂ-ਜਿਉਂ ਪਬਲਿਕ ਦਾ ਜੋਸ਼ ਦੇਖਦੇ ਹਾਂ, ਜਿਉਂ-ਜਿਉਂ ਅਸੀਂ ਪਬਲਿਕ ਦਾ ਉਤਸ਼ਾਹ ਦੇਖਦੇ ਹਾਂ ਅਤੇ ਜਿਹੜਾ ਰਾਜਨੀਤੀ ਵਿੱਚ ਤੁਰਦਾ, ਜਿਹੜਾ ਲੋਕਾਂ ਦਾ ਇੱਕ ਸੇਵਾਦਾਰ ਹੁੰਦਾ ਉਹਨੂੰ ਇੱਕ ਐਨਰਜੀ ਮਿਲਦੀ ਹੈ, ਖੁਰਾਕ ਮਿਲਦੀ ਹੈ ਅਤੇ ਹੋਰ ਵੀ ਬੰਦੇ ਦਾ ਉਤਸ਼ਾਹ ਬਣ ਜਾਂਦਾ। ਸੋ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿ ਜਿੱਥੇ ਪੰਜਾਬ ਦੇ ਸਾਰੇ ਲੋਕਾਂ ਨੇ ਬਹੁਤ ਸ਼ਾਂਤਮਈ ਢੰਗ ਦੇ ਨਾਲ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਭਾਵੇਂ ਧੱਕੇ ਵੀ ਹੋਏ, ਬਹੁਤ ਥਾਂ ਵਾਧੇ ਵੀ ਹੋਏ, ਗੋਲੀਆਂ ਵੀ ਚੱਲੀਆਂ, ਝਗੜੇ ਵੀ ਹੋਏ, ਪਰ ਫਿਰ ਵੀ ਪੰਜਾਬ ਦੇ ਸਾਰੇ ਵੋਟਰਾਂ ਨੇ ਬਹੁਤ ਹੀ ਤਨਦੇਹੀ ਨਾਲ ਮਿਹਨਤ ਕਰਕੇ ਵੋਟਾਂ ਪਾਈਆਂ। ਬਾਕੀ ਉਮੀਦਵਾਰਾਂ ਦੀ ਗੱਲ ਕਰੀਏ ਬੀਬੀ ਜੀ, ਜਿਹੜੇ ਤੁਹਾਡੇ ਮੁੱਖ ਵਿਰੋਧੀ ਉਮੀਦਵਾਰ ਉਸ ਪਾਰਟੀ ਨਾਲ ਸੰਬੰਧਿਤ ਨੇ ਜਿਹੜੀ ਪੰਜਾਬ ਦੀ ਸੱਤਾ ਤੇ ਕਾਬਜ਼ ਹੈ, ਕਿੰਨਾ ਕੁ ਤੁਸੀਂ ਸਮਝਦੇ ਹੋ ਕਿ ਜਿਹੜੇ ਰਿਜ਼ਲਟ ਕਿਵੇਂ ਦੇ ਰਹਿਣਗੇ, ਕਿੰਨਾ ਕੁ ਟੱਕਰ ਸਮਝਦੇ ਹੋ? ਦੇਖੋ, ਜੇ ਤੇ ਲੋਕ ਫੈਸਲਾ ਕਰਨ ਕਿ ਅਸੀਂ ਉਮੀਦਵਾਰ ਕਿੱਦਾਂ ਭੇਜਣਾ, ਕਿਹੜੀ ਸੋਚ ਦਾ ਭੇਜਣਾ, ਮੇਰਾ ਖਿਆਲ ਹੈ ਕਿ ਉਹ ਲੋਕ ਤੇ ਵੋਟ ਪਾਉਣਗੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ। ਜਿੱਥੇ ਤੱਕ ਮੇਰਾ ਵਿਰੋਧੀ ਸੀਗਾ ਕਾਂਗਰਸ ਦੀ ਪਾਰਟੀ ਦਾ, ਤੁਸੀਂ ਉਹਦੀ ਆਡੀਓ ਉਹਦੀ ਸੁਣ ਲਓ, ਉਹਦੀ ਵੀਡੀਓ ਸੁਣ ਲਓ ਔਰ ਉਹਦੇ ਭਰਾ ਦੀ ਆਡੀਓ ਸੁਣ ਲਓ। ਜਿਨ੍ਹਾਂ ਲੋਕਾਂ ਦੇ ਅੰਦਰ ਸੋਚ ਇੰਨੀ ਨੈਗੇਟਿਵ ਹੋਵੇ, ਜਿਨ੍ਹਾਂ ਅੰਦਰ ਹੰਕਾਰ ਭਰਿਆ ਹੋਵੇ, ਜਿਹੜੇ ਲੋਕਾਂ ਨੂੰ ਥ੍ਰੈਟ ਕਰਕੇ ਇਹ ਕਹਿਣ ਕਿ ਤੁਹਾਨੂੰ ਅਸੀਂ ਨਾਸ਼ ਕਰ ਦਿਆਂਗੇ, ਤੁਹਾਨੂੰ ਅਸੀਂ ਖਤਮ ਕਰ ਦਿਆਂਗੇ, 3 ਮਹੀਨੇ ਦੇ ਵਿੱਚ ਤੂੰ ਲੱਭੇਗਾ ਨਹੀਂ, ਜੇ ਤੂੰ ਬੂਥ 'ਤੇ ਗਿਆ ਤੇਰੀਆਂ ਲੱਤਾਂ ਤੋੜ ਦਿਆਂਗੇ। ਜਿਨ੍ਹਾਂ ਲੋਕਾਂ ਨੇ ਇੰਨਾ ਵੱਡਾ ਲੋਕਾਂ ਨੂੰ ਥ੍ਰੈਟ ਦਿੱਤਾ ਔਰ ਉਹ ਲੋਕ ਫਿਰ ਵੀ ਸਰਪੰਚ ਸੁਰਿੰਦਰਪਾਲ ਸਿੰਘ ਲੱਡੂ ਉਹ ਫਿਰ ਵੀ ਬੂਥ 'ਤੇ ਸੀ। ਮੈਂ ਉਹਨੂੰ ਕਿਹਾ ਕਿ ਉਹਨੂੰ ਮੈਸੇਜ ਕਰਕੇ ਮੈਨੂੰ ਤੂੰ ਆ ਕੇ ਲੱਤਾਂ ਤੋੜ ਕੇ ਵੇਖ, ਮਤਲਬ ਕਿਸੇ ਦੀ ਜ਼ਰੂਰਤ ਹੈ ਪਰ ਇਹ ਗੱਲਾਂ ਕਹਿਣੀਆਂ, ਇਹਦਾ ਮਤਲਬ ਡਰਾਵੇ ਦੇ ਕੇ ਵੀ ਇਹਨਾਂ ਲੋਕਾਂ ਨੂੰ ਇਹਨਾਂ ਨੇ ਡਰਾਏ, ਪਰ ਲੋਕ ਫਿਰ ਨਹੀਂ ਡਰੇ। 2 ਦਿਨਾਂ ਦੇ ਕੀ ਰੁਝੇਵੇਂ ਰਹਿਣ ਵਾਲੇ? ਰੁਝੇਵਾਂ ਜੀ, ਅੱਜ ਤੇ ਅਸੀਂ ਕਾਊਂਟਿੰਗ ਏਜੰਟ ਵਗੈਰਾ ਬਣਾ ਰਹੇ ਹਾਂ, ਕਾਊਂਟਿੰਗ ਏਜੰਟ ਬਣਾ ਰਹੇ ਹਾਂ, ਵਰਕਰਾਂ ਨੂੰ ਮਿਲ ਰਹੇ ਹਾਂ, ਵਰਕਰ ਆ ਰਹੇ ਹੈ, ਆਪਣਾ ਦੱਸਣਗੇ ਵੀ ਅਸੀਂ ਕਿੱਦਾਂ ਦਾ ਰਿਹਾ, ਉੱਥੇ ਮਾਹੌਲ ਕਿੱਦਾਂ ਰਿਹਾ, ਕਿਵੇਂ ਵੋਟਾਂ ਪਈਆਂ, ਕਿੰਨੀ ਕੁ ਸਾਡੀ ਪਰਸੈਂਟੇਜ ਰਹੂ, ਉਹ ਡਿਸਕਸ ਕਰ ਰਹੇ ਹਾਂ। ਕੱਲ੍ਹ ਦੀ ਰਾਤ ਦੇ ਆਉਣੇ ਸ਼ੁਰੂ ਹੋ ਗਏ ਔਰ ਬੜੀ ਖੁਸ਼ੀ ਦੇ ਨਾਲ ਆ ਰਹੇ ਹੈ ਜਿੱਥੇ ਵੀ ਜਾ ਰਹੇ ਹਾਂ। ਔਰ ਇਸ ਤੋਂ ਬਾਅਦ ਮੈਂ ਜਾਊਂਗੀ ਕੁਝ ਮੇਨ ਲੀਡਰਾਂ ਨੂੰ ਵੀ ਮਿਲ ਕੇ ਵੀ ਆਊਂਗੀ, ਧੰਨਵਾਦ ਵੀ ਕਰੂੰਗੀ, ਉਹਨਾਂ ਕੋਲ ਵੀ ਜਾ ਕੇ ਫੀਡਬੈਕ ਲੈ ਕੇ ਆਊਂਗੀ। ਸੋ ਇਹ ਬਸ ਅੱਜ ਦਾ ਤਾਂ ਇੱਦਾਂ ਹੀ ਹੈ ਜੀ, ਮਿਲਣਾ ਗਿਲਣਾ ਹੀ। ਠੀਕ ਹੈ, ਥੈਂਕ ਯੂ। ਸੋ ਇਹ ਸਾਡੇ ਨਾਲ ਬੀਬੀ ਜਗੀਰ ਕੌਰ ਜਿਨ੍ਹਾਂ ਨੇ ਪੂਰੇ ਇਲੈਕਸ਼ਨ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਇਹਨਾਂ ਨੇ ਕਿਹਾ ਕਿ ਜੋ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਵਿਚਰੇ ਨੇ, ਲੋਕਾਂ ਦਾ ਭਰਪੂਰ ਸਮਰਥਨ ਮਿਲਿਆ, ਭਰਪੂਰ ਹੁੰਗਾਰਾ ਮਿਲਿਆ ਔਰ ਇਹ ਹੁੰਗਾਰਾ ਇਹ ਸੰਕੇਤ ਦੇ ਰਿਹਾ ਕਿ ਜਿਹੜਾ ਰਿਜ਼ਲਟ ਆਉਣ ਵਾਲਾ ਹੈ 23 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਹੱਕ ਦੇ ਵਿੱਚ ਆਏਗਾ। ਔਰ ਇਹ ਜਿਹੜੇ 2 ਦਿਨ ਹੈਗੇ ਨੇ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਹੜੇ ਪਾਰਟੀ ਦੇ ਅਹੁਦੇਦਾਰ ਹੈਗੇ ਨੇ, ਪਾਰਟੀ ਦੇ ਵਰਕਰ ਹੈਗੇ ਨੇ ਔਰ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਾਊਂਟਿੰਗ ਨੂੰ ਲੈ ਕੇ। ਸੋ ਬੀਬੀ ਜੀ ਨੇ ਦਾਅਵਾ ਕੀਤਾ ਕਿ ਜਿੱਤ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਹੋਣ ਵਾਲੀ ਹੈ। ਕੈਮਰਾ ਪਰਸਨ ਜਗਰੂਪ ਦੇ ਨਾਲ ਪਤਰਸ ਮਸੀਹ, PTC ਨਿਊਜ਼, ਕਪੂਰਥਲਾ। ਤਾਂ ਇੰਝ ਬਤਾ ਰਹੇ ਨੇ ਉਮੀਦਵਾਰ ਆਪਣੇ ਫੁਰਸਤ ਦੇ ਪਲ। ਐਸੀ ਸਾਡੀ ਖਾਸ ਪੇਸ਼ਕਸ਼ ਚੰਦ ਘੜੀਆਂ ਫੁਰਸਤ ਦੀਆਂ। ਫਿਲਹਾਲ ਲਈ ਇਸ ਪੇਸ਼ਕਸ਼ 'ਚ ਮੇਰੇ ਨਾਲ ਨਹੀਂ, ਮੈਨੂੰ ਦਿਓ ਇਜਾਜ਼ਤ। ਧੰਨਵਾਦ।